ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਅਧਿਆਵਾਂ ਵਿਚਾਰਾਂ ਵਿੱਚ ਬੇਦੀਆਂ ਦੀ ਬੰਸ ਦਾ ਹਾਲ ਚਾਲ ਕਿਹਾ ਹੈ। ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਸ੍ਰੀ ਚੰਦ ਜਿਸ ਤੋਂ ਅਰਦਾਸੀਆਂ ਦੀ ਸੰਪਰਦਾ ਚੱਲੀ ਉਹ ਸਾਰੇ ਖੋਲ ਕੇ ਦੱਸਿਆ, ਉਹ ਪੜ੍ਹਿਆ ਸੁਣਿਆ ਹੈ। ਇਸ ਤਰ੍ਹਾਂ ਜਿਨ੍ਹਾਂ ਨੇ ਸਭ ਤੋਂ ਪਹਿਲੇ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਸਾਰੀ ਜਿਹੜੀ ਕਥਾ ਹੈ ਉਹ ਮੁੱਢ ਤੋਂ ਲੈ ਕੇ ਅਖੀਰ ਤੱਕ ਖੋਲ ਸੁਣਾਈ। ਉਹ ਭਾਈ ਸਾਹਿਬ ਭਾਈ ਰਾਮ ਕੌਰ ਜੀ ਸਨ, ਜੋ ਬਾਬਾ ਬੁੱਢਾ ਸਾਹਿਬ ਜੀ ਦੀਆਂ ਸਮਸ ਵਿੱਚੋਂ ਸਨ। ਬਾਬਾ ਬੁੱਢਾ ਸਾਹਿਬ ਜੀ ਤੋਂ ਬਾਅਦ ਵਿੱਚ ਕੌਣ ਹੋਇਆ, ਉਹਨਾਂ ਤੋਂ ਅੱਗੇ ਹੋਰ ਕੌਣ ਹੋਇਆ, ਇਸ ਤਰ੍ਹਾਂ ਉਹਨਾਂ ਦੇ ਨਾਂ ਖੋਲ ਬਿਆਨ ਕੀਤੇ। ਉਹ ਸਾਰੇ ਪ੍ਰਸੰਗ ਆਪਾਂ ਪਿੱਛੇ ਸੁਣ ਚੁੱਕੇ ਹਾਂ। ਉਸ ਤੋਂ ਬਾਅਦ ਕਵੀ ਸੰਤੋਖ ਸਿੰਘ ਜੀ ਨੇ ਕਿਹਾ, ਇਸ ਤਰ੍ਹਾਂ ਸਤਿਗੁਰਾਂ ਦਾ ਇਤਿਹਾਸ ਮੈਨੂੰ ਕੈਂਥਲ ਦੇ ਰਾਜੇ ਦੇ ਉਦਮ ਦੇ ਸਦਕਾ, ਜੋ ਪਿਆਰੇ ਵਾਲੀ ਬੀਬੀ ਸਿੰਘ ਦੀ ਪੁੱਤਰੀ ਸੀ, ਜੋ ਰਾਮ ਦੇ ਕੋਲ ਸੀ, ਜੋ ਮੇਰੇ ਤੱਕ ਪਹੁੰਚ ਸਕਿਆ, ਉਸ ਦਾ ਮੈਂ ਸ਼ੰਦਾਬੰਦੀ ਵਿੱਚ ਇਹ ਲੱਥਾ ਕੀਤਾ ਹੈ। ਇਸੇ ਤਰ੍ਹਾਂ ਕੋਈ ਜਿਹੜੀ ਇੱਕ ਕਥਾ ਮੈਂ ਭਾਈ ਮਨੀ ਸਿੰਘ ਜੀ ਨੇ ਜੋ ਜਨਮ ਸਾਖੀ ਲਿਖੀ ਹੈ ਉਹ ਤੋਂ ਲਈ ਹੈ। ਸਿੱਖਾਂ ਦੇ ਮੁੱਖ ਰਾਹੀਂ ਇਹ ਕਥਾ ਸੁਣੀ, ਉਹ ਵੀ ਮੈਂ ਬਿਆਨ ਕਰ ਦਿੱਤੀ ਹੈ। ਜਾਂ ਜਿੱਥੇ ਜਦ ਮੈਂ ਦਰਸ਼ਨ ਕੀਤੇ ਸਥਾਨਾਂ ਤੋਂ ਜਿੱਥੇ ਜਿਵੇਂ ਪ੍ਰਸੰਗ ਸੁਣਿਆ ਉਹ ਵੀ ਮੈਂ ਸ਼ੰਦਾਬੰਦੀ ਵਿੱਚ ਬਿਆਨ ਕਰ ਦਿੱਤਾ ਹੈ। ਕਿਉਂਕਿ ਗੁਰੂ ਕਾਸ਼ੀ ਸ੍ਰੀ ਦਮਦਮਾ ਸਾਹਿਬ ਦਾ ਜਿਹੜਾ ਇਤਿਹਾਸ ਹੈ ਉਹ ਥੋੜੇ ਰੂਪ ਵਿੱਚ ਜਿਹੜੇ ਕਵੀ ਦਾ ਸਾਰਾ ਇਤਿਹਾਸ ਸਨ ਉਹਨਾਂ ਦੀ ਜੀਵਨ ਦੇ ਵਿੱਚ ਲਿਖਿਆ ਹੋਇਆ ਹੈ ਕਿ ਉਸ ਵੇਲੇ ਉੱਥੇ ਪੁਜਾਰੀਆਂ ਦਾ ਪਹਿਰਾ ਸੀ। ਉਹਨਾਂ ਨੇ ਕੋਈ ਖਾਸ ਦਿਲਚਸਪੀ ਨਹੀਂ ਲਈ। ਇਹਨਾਂ ਇੱਧਰੋਂ ਉੱਧਰੋਂ ਕੋਈ ਜਿਹੜੇ ਰਿਹਾ ਤੇ ਉਹ ਕਤਲ ਕਰ ਦਿੱਤਾ ਹੈ। ਗੁਰੂ ਕਾਸ਼ੀ ਦਾ ਨਿਵਾਸ ਸਾਹਿਬ ਦਾ ਇਤਿਹਾਸ ਬਹੁਤ ਲੰਬਾ ਚੌੜਾ। ਗੁਰੂ ਮਹਾਰਾਜ ਨੇ ਉੱਠ ਬੈਠ ਕੇ ਬੇਅੰਤ ਕੌਤਕ ਕੀਤੇ, ਬੇਅੰਤ ਵਰਦਾਨ ਦਿੱਤੇ। ਸਾਰੀ ਗੁਰਬਾਣੀ ਦੀ ਜਿਹੜੀ ਕਥਾ ਇੱਕ ਓਂਕਾਰ ਤੋਂ ਲੈ ਕੇ 18, 10, 20 ਤੱਕ 48 ਸਿੰਘਾਂ ਨੂੰ ਸਰਵਣ ਕਰਾਈ। ਇਸ ਗੁਰਬਾਣੀ ਦੀ ਕਥਾ ਸੁਣਦਿਆਂ ਸਾਰੇ ਸਿੰਘਾਂ ਦੀਆਂ ਅੰਤਰਮੁਖ ਬਿਰਤੀਆਂ ਹੋ ਗਈਆਂ, ਸਮਾਧੀ ਵਿੱਚ ਸਥਿਤ ਹੋ ਗਏ ਸਨ। ਫਿਰ ਜਿਸ ਤਰ੍ਹਾਂ ਗੁਰੂ ਮਹਾਰਾਜ ਨੇ ਭਾਈ ਮਨੀ ਸਿੰਘ ਤੇ ਭਾਈ ਦੀਪ ਸਿੰਘ ਜੀ ਨੂੰ ਸੰਬੋਧਨ ਕਰਦਿਆਂ ਕਿਹਾ ਵੀ ਤੁਸੀਂ ਇਹ ਗੁਰਬਾਣੀ ਦੀ ਕਥਾ ਕਰਨੀ ਹੈ, ਪਿਆਰ ਕਰਨਾ ਹੈ, ਪੜਾਉਣੀ। ਇਹਨਾਂ ਨੇ ਬੇਨਤੀ ਕੀਤੀ, ਜਦੋਂ ਅਸੀਂ ਗੁਰਬਾਣੀ ਦੀ ਕਥਾ ਕਰਾਂਗੇ ਸਾਡੀ ਬਾਹਜ ਮੁੱਖ ਬਿਰਤੀ ਹੋ ਹੁਣ ਬਸਤੀ ਭੜਕਾਏ। ਇਸ ਕਰਕੇ ਮਹਾਰਾਜ ਬੇਨਤੀ ਹੈ ਵੀ ਸਾਨੂੰ ਮਾਫੀ ਬਖਸ਼ੋ। ਗੁਰੂ ਮਹਾਰਾਜ ਨੇ ਪ੍ਰਸੰਨ ਹੋ ਕੇ ਵਰ ਦਿੱਤਾ ਸੀ ਕਿ ਇਹ ਭਾਈ ਮਨੀ ਸਿੰਘ, ਜੇ ਸਾਡੀ ਆਗਿਆ ਮੰਨ ਕੇ ਤੁਸੀਂ ਇਹ ਗੁਰਬਾਣੀ ਦੀ ਸਾਡੀ ਵਾਂਗ ਕਥਾ ਵਾਰਤਾ ਕਰਦੇ ਰਹੋ, ਸੰਗਤ ਨੂੰ ਸਿੰਘਾਂ ਨੂੰ ਸੁਣਾਉਂਦੇ ਰਹੋਗੇ, ਕੋਈ ਐਸਾ ਸਮਾਂ ਵੀ ਆ ਜਾਏ ਦੁਸ਼ਟ ਲੋਕ ਤੁਹਾਡਾ ਬੰਦ ਕੱਟਣ ਲੱਗ ਪਏ,
ਇਸ ਤਰ੍ਹਾਂ ਦਾ ਇਹ ਗੁਰਬਾਣੀ ਦਾ ਸਰਵਣ ਕਰਕੇ ਤੁਹਾਨੂੰ ਅਨੰਤ ਮਸਤੀ ਪ੍ਰਾਪਤ ਹੈ। ਉਸ ਵੇਲੇ ਵੀ ਇਹ ਆਨੰਦ ਮਸਤੀ ਬਣੀ ਰਹੇਗੀ, ਕੋਈ ਫਰਕ ਨਹੀਂ ਆਏਗਾ। ਇਸ ਕਰਕੇ ਗੁਰਬਾਣੀ ਦੀ ਕਥਾ ਵਿਆਖਿਆ ਤੁਸੀਂ ਸੰਗਤ ਵਿੱਚ ਕਰਦੇ ਕਰਾਉਂਦੇ ਰਹਿਣਾ ਹੈ। ਬਾਬਾ ਦੀਪ ਸਿੰਘ ਜੀ ਨੂੰ ਵੀ ਸੰਬੋਧਨ ਕਰਕੇ ਆਪ ਜੀ ਨੇ ਗੁਰੂ ਕਾਸ਼ੀ ਕਿਹਾ ਸੀ ਕਿ ਸਾਰਾ ਵੀ ਇਹ ਵੱਧ ਤੋਂ ਵੱਧ ਗੁਰਬਾਣੀ ਨੂੰ ਪ੍ਰਚਾਰਨਾ ਹੈ। ਇਹਨਾਂ ਨੇ ਵੀ ਇਹੀ ਬੇਨਤੀ ਕੀਤੀ ਕਿ ਬਾਝ ਮੁਖ ਬਿਰਤੀ ਹੋਣ ਵਾਲਾ ਐਸਾ ਨਾ ਹੋਵੇ। ਆਪ ਜੀ ਨੇ ਜੋ ਭੇਖ ਵਿੱਚ ਆਪ ਜੀ ਨੇ ਮਹਾਨ ਸ਼ਹਾਦਤ ਭਰਨੀ ਹੈ, ਤਲੀ ਤੇ ਸੀਸ ਧਰ ਕੇ ਦੁਸ਼ਟਾਂ ਦਾ ਨਾਸ਼ ਕਰਨਾ ਹੈ, ਸੀਸ ਦਾ ਬਲੀਦਾਨ ਦੇਣਾ ਹੈ। ਉਹ ਸਾਰਾ ਕੁਝ ਜਾਣ ਕੇ ਬਚਨ ਕਿਹਾ ਕਿ ਤੁਸੀਂ ਕਹਿੰਦੇ ਬਾਝ ਮੁਖ ਬਿਰਤੀ ਹੋਣ ਤੋਂ ਆਨੰਦ ਮਸਤੀ ਨਾਲ ਫਰਕ ਆ ਜਾਏ। ਉਹ ਐਸਾ ਵੀ ਹੋਇਆ, ਦੁਸ਼ਟਾਂ ਦਾ ਨਾਸ਼ ਕਰਨ ਲਈ ਖੰਡਾ ਖੜਕਾਉਂਦਿਆਂ ਹੋਇਆਂ ਕਿਤੇ ਸੀਸ ਵੀ ਜੰਗ ਯੁੱਧ ਵਿੱਚ ਤੁਹਾਡਾ ਲੱਥ ਜਾਏ, ਵੱਖਰਾ ਹੋ ਜਾਏ, ਤੇ ਫਿਰ ਵੀ ਕੋਈ ਫਰਕ ਨਹੀਂ ਆਏਗਾ। ਇਸ ਕਰਕੇ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਦਾ ਪਾਲਣ ਭਾਈ ਮਨੀ ਸਿੰਘ ਜੀ ਸ੍ਰੀ ਅੰਮ੍ਰਿਤਸਰ ਰਹੇ, ਅੰਦਰ ਕਰਦੇ ਰਹੇ, ਨਾਲ ਦੀਵਾਨ ਹਾਲ ਵਿਖੇ ਕਥਾ ਸੰਗਤ ਨੂੰ ਲੜੀਵਾਰ ਸੁਣਾਉਂਦੇ ਰਹੇ। ਅਜੇ ਤੋਂ ਹੈ ਤਾਂ ਨਵੇਂ ਸਾਹਿਬ ਦੀ ਟਕਾਲੀ ਰੋਤੇ ਹੋ ਭਾਈ ਮਨੀ ਮੁਖੀ ਉਹ ਕਥਾ ਸੁਣ ਕੇ ਐਤਾ ਮੁਖੀ ਸਾਰਿਆਂ ਦੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਬਾਕੀ ਸਭ ਉਹਨਾਂ ਦੇ ਵਿਦਿਆਰਥੀ ਹੈ। ਕੋਈ 99 ਸਾਲ ਦਾ ਗਿਆਨੀ ਕਹਾ ਲਏ ਜਾਂ ਵਿਦਿਆਰਥੀ ਕਹਾ ਲਏ, ਉਹ ਤਾਂ ਹੈਗਾ ਯੋਗ। ਬਾਕੀ ਜਿਹੜਾ ਕੋਈ ਆਪਣੇ ਹਮੇ ਨੂੰ ਪੱਠੇ ਪਾਉਣੇ ਆ ਵੀ ਅਸੀਂ ਮੁਖੀ 99 ਸਾਲ ਦੇ ਆ, ਦੂਜਾ ਕਹਿੰਦਾ ਮੈਂ ਮੁਖੀ ਅੱਜ ਕੱਲ੍ਹ 99 ਸਾਲ ਦਾ, ਨਾ ਕੋਈ ਨਹੀਂ 99 ਸਾਲ ਦਾ ਮੁਖੀ, ਨਿਰਾ ਝੂਠ ਬੋਲਦੇ ਸਾਰੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਬੈਠੇ। 99 ਸਾਲ ਦੇ ਮੁਖੀ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਆਪ ਹੈ, ਜਿਨ੍ਹਾਂ ਨੇ 48 ਸਿੰਘਾਂ ਨੂੰ ਕਥਾ ਸੁਣਾਈ। 48 ਵਿਦਿਆਰਥੀ ਸਨ, ਕਿਸੇ ਨੂੰ ਉੱਥੋਂ ਮੁਖੀ ਬਣਾਇਆ। ਇਸ ਤਰ੍ਹਾਂ ਨਿਰਾ ਝੂਠ ਬੋਲਣ ਵਾਲੇ ਲੋਕਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ। ਜਿੰਨੇ ਵੀ ਸੰਤ ਬਾਬਾ ਸੁੰਦਰ ਸਿੰਘ ਜੀ ਤੋਂ ਬਾਅਦ ਹੋਏ, ਸਾਰੇ ਇਹ ਕਹਿੰਦੇ ਵੀ ਇਹ ਦਾਸ ਨੂੰ ਮਹਾਂਪੁਰਸ਼ਾਂ ਨੇ ਡਿਊਟੀ ਲਿਆਈ ਸੀ ਵਿਦਿਆ ਦੀ ਪੜ੍ਹਾਉਣ ਦੀ, ਤੇ ਦਾਸ ਨਿਭਾ ਰਿਹਾ। ਕੋਈ ਨਹੀਂ ਕਹਿੰਦਾ ਸੀ ਵੀ ਮੈਂ 14ਵਾਂ ਮੁਖੀ ਹਾਂ, ਮੈਂ 15ਵਾਂ ਮੁਖੀ ਹਾਂ। ਹੁਣ ਲਾੜਾ ਜਿਹਾ ਲੱਗਿਆ ਅਖਬਾਰਾਂ ਰਾਹੀਂ ਝੂਠ ਬੋਲਣ ਪੈਸੇ ਦੇ ਕੇ, ਉਹ ਸ਼ਰਮ ਹੀ ਲਾਤੀ ਇਹਨਾਂ ਨੇ। ਜਿਹੜਾ ਕਿਹੜਾ ਉੱਠਦਾ ਮੈਂ 99 ਸਾਲ ਦਾ ਮੁਖੀ 1 ਸਾਲ ਦਾ, ਦੂਜਾ ਕਹਿੰਦਾ ਮੈਂ ਘੱਟ ਨਹੀਂ ਹੈ। ਇਸੇ ਤਰ੍ਹਾਂ 5-7 ਬਣੇ ਤੇ ਇਸੇ ਤਰ੍ਹਾਂ ਫਿਰ 99 ਸਾਲ ਨਾਲ ਵੀ ਨਹੀਂ ਸਰਦਾ, ਨਾਲ ਕੁਛ ਜੱਤਾ ਪਿੰਡਰਾਂ ਦੀ ਵੀ ਲਾਉਂਦੇ, ਪਿੰਡਰਾਂ ਵਾਲੇ ਵੀ ਅਸੀਂ ਹੈ। ਨਾ ਪਿੰਡਰਾਂ ਵਿੱਚ ਕੋਈ ਹੈ, ਨਾ ਕੋਈ ਜਾਇਦਾਦ ਹੈ, ਨਾ ਗੁਰਦੁਆਰੇ। ਇਸ ਤਰ੍ਹਾਂ ਇਹ ਜਿਹੜਾ ਝੂਠ ਮੂਠ ਹੈ, ਕਲਯੁਗ ਦਾ ਪਹਿਰਾ, ਕਲਯੁਗ ਦਾ ਸਗਨ ਕੂੜ ਗੈਰ ਸੁਭਾਅ, ਕੂੜ ਫਿਰੈ ਪ੍ਰਧਾਨ ਬੇਲਾ ਲੋ। ਐਸਾ ਗੁਰੂ ਕਲਗੀਧਰ ਦੀ ਸਾਲ ਸੱਚ ਦਾ ਪ੍ਰਚਾਰ ਕਰਨ ਵਾਲੀ ਸੀ, ਹੁਣ ਜ਼ਿਆਦਾ ਝੂਠ ਦਾ ਪ੍ਰਚਾਰ ਬਹੁਤਾ ਕਰਨ ਲੱਗ ਪਈ। ਮਹਾਰਾਜ ਸਮੱਤੀ ਬਖਸ਼ੇ। ਜਿੱਥੇ ਕਿਤੇ ਕੋਈ ਕਥਾ ਕਰ ਰਿਹਾ ਟਕਾਲ ਕਲਗੀਧਰ ਜੀ ਦਾ ਵਿਦਿਆਰਥੀ ਅਖਵਾ ਸਕਦਾ ਹੈ। ਜਿਵੇਂ ਉਹ 48 ਸੀ, ਜਿਹੜਾ ਮੁਖੀ ਕਿਹੜਾ ਇਹ ਤਾਂ ਉਹ ਮੈਨੂੰ ਪੱਠੇ ਪਾ ਕੇ ਦੇਣਦਾਰ ਬਣਨਾ ਹੈ। ਜਦੋਂ ਕਿਤੇ ਅੰਤ ਦਾ ਸਮਾਂ ਆਇਆ, ਗੁਰੂ ਕਲਗੀਧਰ ਜੀ ਪੁੱਛ ਲੈਣਗੇ ਵੀ ਤੈਨੂੰ ਕਿਹਨੇ ਮੁਖੀ ਬਣਾਇਆ ਸੀ, ਕਿਹਨੇ ਗੱਦੀ ਦਿੱਤੀ ਸੀ। ਕੋਈ ਅਸੀਂ ਪੱਗ ਬੰਨੀ ਤੇਰੇ ਸਿਰ ਤੇ ਆ ਕੇ,
ਇਸ ਕਰਕੇ ਜਵਾਬ ਨਹੀਂ ਹੋਵੇਗਾ। ਇਹ ਸਾਵਧਾਨ ਰਹਿਣਾ ਚਾਹੀਏ। ਕਦੇ ਵੀ ਆਪਣੇ ਆਪ ਨੂੰ ਇਹ ਵੀ ਅਸੀਂ ਟਕਸਾਲ ਦੇ ਮੁਖੀ ਹਾਂ ਇਹ ਕਹਿ ਕੇ ਵੱਡੀ ਵੱਜਰ ਗਲਤੀ ਨਾ ਕਰਨਾ ਚਾਹੀਏ। ਸੰਤ ਬਾਬਾ ਇੰਦਰ ਸਿੰਘ ਜੀ ਦੇ ਜਿੰਨੀਆਂ ਟਕਸਾਲਾਂ ਚੱਲ ਰਹੀਆਂ ਪਿੰਡਾਂ ਵਾਲੀ ਸਾਖ ਹੈ ਉਹਦੇ ਵਿੱਚੋਂ ਜਿੰਨੀਆਂ ਅੱਗੇ ਸਾਖਾਂ ਨੇ ਉਹ ਇੱਕ ਪੈਂਫਲੇਟ ਲਿਆ ਪਿੰਡਾਂ ਤੋਂ ਉਹਨਾਂ ਨੇ ਛਪਵਾਇਆ ਸੀ। ਇਹ ਸਾਰੀਆਂ 19 ਟਕਸਾਲ ਦੀਆਂ ਸਾਖਾਂ ਹੈ। ਇੱਥੋਂ ਦੇ ਜਿਹੜੇ ਕੋਈ ਉਹ ਕਥਾ ਕਰਨ ਵਾਲੇ ਪੜ੍ਹਾਉਣ ਵਾਲੇ ਮੁਖੀ ਨਹੀਂ ਹੈ। ਨਾ ਕਹਿੰਦੇ ਮੈਂ ਬੱਧੀ ਬੈਠਾ ਮੁਖੀ ਬਾਕੀ ਜਿਹੜੇ ਪਿੰਡ ਬੈਠੇ ਉਹ ਵੀ ਟਕਸਾਲ ਦੇ ਇੱਕ ਸੇਵਾਦਾਰ ਹੈ। ਨਾ ਜੇ ਸਾਡੇ ਵਿੱਚੋਂ ਕਿਸੇ ਨੇ ਇਹ ਜਣਾਇਆ ਵੀ ਅਸੀਂ ਮੁਖੀ ਹਾਂ ਤੇ ਨਾ ਸਾਡੇ ਤੇ ਨਾ ਮਹਾਰਾਜ ਨੇ ਕੋਈ ਮੁਖੀ ਬਣਾਇਆ। ਇਸ ਕਰਕੇ ਸੰਗਤ ਖਾਲਸਾ ਪੰਥ ਤਰਕ ਰਹੇ ਇਹ ਜਿਹੜੇ ਝੂਠ ਬੋਲਣ ਵਾਲੇ ਉਹਨਾਂ ਪੈਪਟਰ ਉਹਨਾਂ ਨੇ ਲਿਖਵਾਇਆ। ਗਿਆਨੀ ਕਰਤਾਰ ਸਿੰਘ ਜੀ ਨੇ ਕੋਲ ਬੈਠ ਕੇ ਦਰਬਾਰ ਸਾਹਿਬ ਦੇ ਹੈ ਲਿਖਿਆ ਸੀ। ਉਸ ਵੇਲੇ ਝੂਠ ਦਾ ਬੋਲਬਾਲਾ ਬਹੁਤ ਹੋ ਰਿਹਾ ਸੀ। ਫਿਰ ਮਹਾਂਪੁਰਸ਼ਾਂ ਨੂੰ ਕਹਿਣ ਲੱਗੇ ਮਹਾਰਾਜ ਹੁਣ ਤੁਸੀਂ ਬੈਠੇ ਬੈਠੇ ਨੰਦਾ ਕਰ ਜਾਓ ਨਹੀਂ ਤਾਂ ਹੰਨੇ ਹੰਨੇ ਪੀੜੀ ਹੋ ਜਾਣਗੇ। ਜਿਵੇਂ ਬਕਾਲੇ ਵਿੱਚ 22 ਇਕੱਠੀਆਂ ਲੱਗ ਗਈਆਂ ਸੀ ਤੇ ਸਾਡੇ ਪਿੰਡਾਂ ਵਾਲੀਆਂ ਦੀਆਂ ਨਹੀਂ ਲੱਗ ਜਾਣੇ। ਮੇਰੀ ਗਤੀ ਮੈਂ ਹੁਣ ਉਸ ਤੇ ਬੈਠਾ ਮੈਂ ਬੈਠਾ ਹਾਂ। ਸੋ ਰੋ ਵਿਚਾਰ ਜਾਨੀ ਇਸ ਤਰ੍ਹਾਂ ਬਾਬਾ ਦੀਪ ਸਿੰਘ ਨੂੰ ਮਹਾਰਾਜ ਨੇ ਹੁਕਮ ਵਾਰਤਾ ਕਰਦੇ ਰਹਿਣਾ। ਕੋਈ ਐਸਾ ਸਮਾਂ ਆ ਜਾਏ ਸੀ ਵੱਖਰਾ ਹੋ ਜਾਏ ਧਰ ਵੱਖਰਾ ਹੋ ਜਾਏ ਫਿਰ ਵੀ ਬਸਤੀ ਵਿੱਚ ਨਹੀਂ ਫਰਕ ਆ। ਇਸ ਤਰ੍ਹਾਂ ਮਹਾਰਾਜ ਦੇ ਤੇ ਫੁੱਲ ਚੜਾਉਂਦਿਆਂ ਹੋਇਆਂ ਬਾਬਾ ਜੀ ਨੇ ਤਾਂ ਗੁਰਬਾਣੀ ਦਾ ਪ੍ਰਚਾਰ ਹੁਣ ਗੁਰਬਾਣੀ ਦੇ ਸਰੂਪਾਂ ਰਾਹੀਂ ਹੋਣਾ ਹੈ। ਜਿੱਥੇ ਜਿੱਥੇ ਗੁਰਬਾਣੀ ਦੇ ਸਰੂਪ ਪੜ੍ਹਨਗੇ ਬਾਣੀ ਦੀ ਪਾਰ ਹੋਏ ਬਾਣੀ ਦਾ ਪਠਨ ਪਾਠਨ ਹੋਵੇਗਾ। ਜਿਸ ਕਰਕੇ ਆਪ ਜੀ ਨੇ ਉਹ ਗੁਰੂ ਕਾਸ਼ੀ ਦਮਦਮਾ ਸਾਹਿਬ ਬੈਠ ਕੇ ਗੁਰਬਾਣੀ ਦੇ 4 ਸਰੂਪ ਲਿਖੇ। ਇੱਕ ਤਾਂ ਗੋਬਿੰਦ ਸਿੰਘ ਸਾਹਿਬ ਜਦੋਂ ਗਏ ਸਨ ਫਿਰ ਉਹਦਾ ਉਤਾਰਾ ਬਾਬਾ ਦੀਪ ਸਿੰਘ ਜੀ ਨੇ ਇੱਥੇ ਦਮਦਮੇ ਸਾਹਿਬ ਰੱਖਣ ਵਾਸਤੇ ਕਰ ਲਿਆ ਸੀ। ਉਸਨੂੰ ਹੁਣ ਵੀ ਉਹ ਬੜੇ ਬਾਬਾ ਜੀ ਕਹਿੰਦੇ ਨੇ। ਇੱਕ ਸ੍ਰੀ ਅਨੰਦਪੁਰ ਸਾਹਿਬ ਭੇਜ ਦਿੱਤਾ ਸੀ, ਇੱਕ ਅਕਾਲ ਤਖ਼ਤ ਸਾਹਿਬ ਤੇ ਭੇਜਿਆ ਸੀ। ਇਸ ਤਰ੍ਹਾਂ ਇੱਕ ਪਟਨਾ ਸਾਹਿਬ ਵੀ ਇਹ ਸਰੂਪ ਹੈਗਾ ਉਹਨਾਂ ਦਾ ਲਿਖਿਆ ਹੋਇਆ। 4 ਸਰੂਪ 4 ਸਥਾਨਾਂ ਤੇ ਭੇਜੇ ਸਨ। ਇਸ ਤਰ੍ਹਾਂ ਉਹ ਵੀ ਆਪਣੇ ਆਪ ਨੂੰ ਕੋਈ ਮੁਖੀ ਨਹੀਂ ਅਖਵਾਏ। ਉਹਨਾਂ ਦਾ ਜੀਵਨ ਤੁਸੀਂ ਪੜ੍ਹ ਕੇ ਦੇਖ ਲਓ। ਭਾਈ ਮਨੀ ਸਿੰਘ ਜੀ ਦਾ ਜੀਵਨ ਪੜ੍ਹ ਕੇ ਦੇਖ ਲਓ। ਉੱਥੇ ਭਾਈ ਮਨੀ ਸਿੰਘ ਜੀ ਲਿਖਿਆ। ਭਾਈ ਗੁਰਦਾਸ ਜੀ ਵੀ ਕੋਈ ਲਿਖ ਕੇ ਮਹਾਰਾਜ ਦਾ ਜੀਵਨ ਪ੍ਰਚਾਰ ਕਰਕੇ ਮੁਖੀ ਨਹੀਂ ਬਣੇ। ਹੁਣ ਤੱਕ ਅਸੀਂ ਭਾਈ ਗੁਰਦਾਸ ਜੀ ਕਹਿੰਦੇ ਹਾਂ, ਭਾਈ ਮਨੀ ਸਿੰਘ ਜੀ ਕਹਿੰਦੇ ਹਾਂ, ਭਾਈ ਤਾਰੂ, ਭਾਈ ਮਤੀ ਦਾਸ, ਭਾਈ ਦਿਆਲਾ ਸਾਰਿਆਂ ਨਾਲ ਭਾਈ ਸ਼ਬਦ ਲਾਉਣੇ। ਪਰ ਹੁਣ ਦੇਖ ਲਓ ਤੁਸੀਂ ਆ ਭਾਈ ਪੂਰੀ ਛੱਡ ਕੇ ਕਹਿੰਦੇ ਅਸੀਂ ਮੁਖੀ ਹਾਂ ਜੀ। ਇਹ ਤਾਂ ਫਿਰ ਕੂਕੇ ਵਾਲਾ ਰਾਹ ਹੈ। ਉਹ ਕੂਕੇ ਕਹਿੰਦੇ ਸੀ ਹੁਣ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਬਾਅਦ ਸਾਡੇ ਰਾਮ ਸਿੰਘ ਸਤਿਗੁਰੂ ਹੈ ਉਹ ਮੁਖੀ ਹੋਏ। ਕਿਉਂਕਿ ਉਹਨਾਂ ਨੇ ਮਹਾਰਾਜ ਨੇ ਬਾਲਕ ਸਿੰਘ ਨੂੰ ਜੋ ਇਹ 90 ਘੋੜੇ ਵਾਲੇ ਗੁਰਦੁਆਰੇ ਰਹਿੰਦਾ ਸੀ ਉੱਥੇ ਆ ਕੇ ਇਹਨੂੰ ਗੱਦੀ ਦੇ ਗਏ ਸੀ। ਮਹਾਰਾਜ ਗੋਤਰੂ ਵਿੱਚ ਹਜ਼ੂਰ ਸਾਹਿਬ ਤੋਂ ਘੋੜੇ ਤੇ ਆਏ ਸੀ ਨਾ, ਕਹਿੰਦੇ ਇੱਥੇ ਆ ਕੇ ਗੱਦੀ ਦੇ ਗਏ ਮਹਾਰਾਜ। ਉੱਥੋਂ ਫਿਰ ਰਾਮ ਸਿੰਘ ਜੀ ਕਹਿੰਦੇ ਸਤਿਗੁਰੂ ਹੋ ਗਏ। ਇਸ ਤਰ੍ਹਾਂ ਉਹ ਗੱਦੀ ਚਲਾਈ ਫਿਰਦੇ, ਉਹ ਮੁਖੀ ਬਣੇ ਫਿਰਦੇ ਨੇ। ਹੁਣ ਤੱਕ ਸਤਿਗੁਰੂ ਲਿਖਦੇ ਹੈ
ਜਾਣੀ ਮੁਖੀ ਬਣਨ ਦੀ ਕੋਸ਼ਿਸ਼ ਹੈ। ਇਹ ਸਤਿਗੁਰੂ ਤਾਂ ਨਹੀਂ ਲਿਖਦੇ, ਜਾਣੀ ਮੁਖੀ ਗੱਲ ਉੱਥੇ ਹੀ ਹੈ। ਰੋ ਵਿਚਾਰ ਉਹ ਸਾਰਾ ਪਿਛੋਕੜ ਭਾਈ ਸਾਹਿਬ ਭਾਈ ਰਾਮ ਕੌਰ ਜੀ ਦੀਆਂ ਸਵੰਸ ਦਾ ਦੱਸਿਆ, ਜਿਨ੍ਹਾਂ ਨੇ ਸਾਰੀ ਕਥਾ ਸੁਣਾਈ ਸੀ। ਉਹ ਪੜ੍ਹਿਆ ਜਿਵੇਂ ਫਿਰ ਉਹਨਾਂ ਨੇ ਸੰਖਿਪਤ ਰੂਪ ਵਿੱਚ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਪ੍ਰਸੰਗ ਸੁਣਾਇਆ, ਉਹਦਾ ਲੱਥਾ ਕੀਤਾ, ਉਹ ਵੀ ਆਪਾਂ ਸੁਣ ਲਿਆ। ਫਿਰ ਸਿੰਘਾਂ ਨੇ ਬੇਨਤੀ ਕੀਤੀ ਸੀ ਵੀ ਮਹਾਰਾਜ ਭਾਈ ਸਾਹਿਬ ਤੁਸੀਂ ਖੋਲ ਖੋਲ ਕੇ ਸਾਰੇ ਪ੍ਰਸੰਗ ਸੁਣਾਓ, ਵੀ ਜਿਵੇਂ ਦੂਸਰੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਉਹ ਆਪਣੇ ਨਿੱਤ ਦਾ ਵਿਚਾਰ ਨਿੱਤੀ ਕਿਰਿਆ ਕੀਤੀ, ਵੀ ਕਿਹੜੇ ਵੇਲੇ ਉੱਠਦੇ ਸਨ, ਕਿਸ ਤਰ੍ਹਾਂ ਉਹ ਸਮਾਧੀ ਵਿੱਚ ਸਥਿਤ ਹੁੰਦੇ ਸੀ, ਫਿਰ ਕਿਵੇਂ ਉਹ ਸਿੱਖ ਸੰਗਤ ਵਿੱਚ ਬੈਠ ਕੇ ਸਿੱਖੀ ਦਾ ਪ੍ਰਚਾਰ ਕਰਦੇ ਸੀ, ਕਿਹੜੇ ਕਿਹੜੇ ਸਾਰੇ ਸਿੱਖਾਂ ਦਾ ਨਾਮ ਲੈ ਕੇ ਪ੍ਰਸੰਗ ਕਹੋ। ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਆਪ ਜੀ ਨੇ ਉਹ ਸੁਣਾਈ ਦਿੱਤਾ ਸੀ ਸਿੰਘਾਂ ਨੂੰ। ਉਦੋਂ ਬਾਅਦ ਸਿੰਘਾਂ ਦੀ ਬੇਨਤੀ ਮੰਨ ਕੇ ਜਿਵੇਂ ਦੂਸਰੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਜੀ ਦਾ ਪ੍ਰਸੰਗ ਸੁਣਾਇਆ, ਉਹ ਅੱਜ ਸ਼ੁਰੂ। ਕੁਝ ਪ੍ਰਸੰਗ ਪਿੱਛੇ ਵੀ ਗੁਰੂ ਨਾਨਕ ਸਾਹਿਬ ਜੀ ਦੇ ਇਤਿਹਾਸ ਵਿੱਚ ਆ ਗਏ, ਜਿਵੇਂ ਗੁਰੂ ਨਾਨਕ ਸਾਹਿਬ ਜੀ ਦੀ ਆਪ ਚਰਨ ਛੰਦ ਚੱਲ ਕੇ ਆਏ ਸਨ, ਕਿਉਂਕਿ ਨੰਗੇ ਦੀ ਸਰਾਂ ਵਿੱਚੋਂ ਚੱਲਦੇ ਹੋਏ ਆਪ ਜੀ ਇੱਥੇ ਵਿੱਚ ਆ ਗਏ ਸਨ। ਇੱਥੇ ਬਲੋਚਾਂ ਦੀ ਧਾੜ ਪੈ ਗਈ ਸੀ, ਜਿਸ ਕਰਕੇ ਫਿਰ ਇੱਥੇ ਹੀ ਆਪ ਦੀ ਸ਼ਾਦੀ ਹੋਈ ਸੀ ਭਾਈ ਫੇਰੂ ਜੀ ਦੇ ਘਰ ਵਿੱਚ। ਖੀਵੀ ਨਾਮ ਦੀ ਇਸਤਰੀ ਖੀਵੀ ਪਾਸ ਹੋਏ ਜਨ ਬਲਵੰਡ ਨੇ ਕਿਹਾ ਹੈ। ਇਹ ਜਿਹੜਾ ਦੇਵੀ ਚੰਦ ਗੁਰੂ ਅੰਗਦ ਸਾਹਿਬ ਜੀ ਦਾ ਸਹੁਰਾ ਸੀ, ਇਹ ਜ਼ਿਆਦਾ ਬਖੀ ਦੇਵੀ ਦਾ ਜ਼ਿਆਦਾ ਇਹ ਕਹਿੰਦੇ ਉਪਾਸ਼ਕ ਸੀ। 6 ਮਹੀਨੇ ਤੋਂ ਬਾਅਦ ਚਾਲੇ ਜਾਇਆ ਕਰਦਾ, ਯਾਤਰਾ ਕਰਿਆ ਕਰਦਾ ਸੀ। ਇਸ ਤਰ੍ਹਾਂ ਫਿਰ ਇਹ ਛੱਡ ਗਿਆ ਹੈ ਤੇ ਫਿਰ ਦਾ ਨਾਂ ਪਹਿਲਾਂ ਲੈਣਾ ਸੀ, ਬਾਅਦ ਵਿੱਚ ਗੁਰੂ ਮਹਾਰਾਜ ਦੀ ਚਰਨ ਛੰਦ ਵਿੱਚ ਸਾਹਿਬ ਹੋਇਆ। ਉਹਨਾਂ ਨੇ ਭਾਈ ਲੈਣਾ ਜੀ ਨੂੰ ਕਿਹਾ ਵੀ ਹੁਣ ਤੁਸੀਂ ਚੱਲਿਆ ਕਰੋ ਅੱਗੇ ਲੱਗ ਕੇ। ਇਹ ਹੁਣ ਭਾਈ ਯੋਧ ਰਾਹੀਂ ਗੁਰੂ ਨਾਨਕ ਸਾਹਿਬ ਦੇ ਬਾਣੀ ਪੜ੍ਹ ਕੇ ਉਪਾਸ਼ਕ ਬਣ ਗਏ ਸੀ। ਕਹਿਣ ਲੱਗੇ ਵੀ ਚੱਲ ਤਾਂ ਬਣਦੇ ਆ, ਪਰ ਪਹਿਲਾਂ ਕਰਤਾਰਪੁਰ ਵਿੱਚ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਾਂਗੇ, ਉਦੋਂ ਬਾਅਦ ਵੀ ਜਿਵੇਂ ਤੁਸੀਂ ਕਹਿੰਦੇ ਹੋਵੇਂ ਕਰਾ ਲਵਾਂਗੇ। ਇਹ ਜਿੰਨੇ ਖਡੂਰ ਵਾਸੀ ਸੀ ਕਹਿੰਦੇ ਵੀ ਅੱਗਾ ਤੁਹਾਡਾ ਪਿੱਛਾ ਸਾਡਾ, ਇਹ ਜਿੱਥੇ ਵੀ ਲਿਜਾਓਗੇ ਅਸੀਂ ਦਰਸ਼ਨ ਕਰਾਂਗੇ। ਇਸ ਤਰ੍ਹਾਂ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਅੱਗੇ ਹੋ ਕੇ ਸਾਰੇ ਜੱਥੇ ਨੂੰ ਲੈ ਕੇ ਸ੍ਰੀ ਕਰਤਾਰਪੁਰ ਸਾਹਿਬ ਨੇੜੇ ਪਹੁੰਚ ਗਏ ਸਨ ਤੇ ਘੋੜੀ ਉੱਪਰ ਆਪ ਚੜ੍ਹੇ ਹੋਏ ਸਨ। ਪਹਿਲੀ ਵਾਰੀ ਆ ਰਹੇ ਸਨ ਕਿ ਜਿਸ ਕਰ ਦਾ ਪ੍ਰਚਾਰ ਕਰਨਾ ਉਹ ਆ ਰਹੇ ਨੇ, ਜਿਸ ਕਰਕੇ ਗੁਰੂ ਨਾਨਕ ਸਾਹਿਬ ਜੀ ਬਾਹਰ ਜਿੱਧਰੋਂ ਆ ਰਹੇ ਸੀ ਉਧਰ ਹੀ ਚਲੇ ਗਏ ਸਨ। ਇੱਕ ਘੋੜੀ ਤੇ ਖੜੋਤੇ ਜਗ੍ਹਾ ਤਕਾਂਜੇ ਕਰ ਰਹੇ ਸਨ। ਮਹਾਰਾਜ ਨੇ ਪੁੱਛਿਆ ਪੁਰਸ਼ਾ ਕਿਵੇਂ ਖੜੋਤਾ ਹੈ, ਕਿੱਧਰ ਨੂੰ ਜਾਣਾ ਹੈ? ਇਹਨਾਂ ਨੇ ਸਹਿਜੇ ਕਹਿ ਦਿੱਤਾ ਵੀ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨੇ ਹੈ, ਮੈਂ ਪਹਿਲੀ ਵਾਰੀ ਆਇਆ ਹਾਂ, ਮੈਨੂੰ ਪਤਾ ਨਹੀਂ ਹੈ। ਤੇ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਪੁਰਸ਼ਾ ਸਾਡੇ ਪਿੱਛੇ ਪਿੱਛੇ, ਅਸੀਂ ਤੈਨੂੰ ਉਹਨਾਂ ਦੇ ਕੋਲ ਲੈ ਜਾਂਦੇ ਹਾਂ। ਇਸ ਤਰ੍ਹਾਂ ਗੁਰੂ ਅੰਗਦ ਸਾਹਿਬ ਜੀ ਭਾਈ ਲਹਿਣਾ ਜੀ ਘੋੜੀ ਉੱਪਰ ਚੜ੍ਹਾਏ, ਆਪ ਪੈਦਲੀ ਮਹਾਰਾਜ ਆ ਗਏ। ਸਾਹਮਣੇ ਉਹ ਪਿੱਪਲ ਦੇ ਦਰਖਤ ਵੱਲ ਇਸ਼ਾਰਾ ਜਾ ਕਰਕੇ ਕਹਿੰਦੇ ਵੀ ਇੱਥੇ ਤਾਂ ਭਾਈ ਲਹਿਣਾ ਘੋੜੀ ਬੰਨ੍ਹਦੇ,
और सामने दरवाजा है, अंदर जाके जिन्हां दा नां तू लेना उन्हां दे दर्शन कर लै। ते गुरु नानक साहिब जी आं कह के आप पिछली तरफ जिहड़ा छोटा जिहा दरवाजा सी ਉਹਦੇ ਵਿੱਚ ही आके ते अगे ही अस्थान ते सज गए। इधर आप इशनाना करके जदों अंदर गए ते नमस्कार कीती है, फिर जदों चौकड़ा मार के दर्शन करन लगे, वेख्या भी ये तो उही ने जिहड़े सानू रस्ता दिखालदे होए अगे अगे आए है। कहते भी बहुत वड्डी बज्जर गलती हो गई, इन्हां दे दर्शन करन आए सी, इन्हां दे वचन सुन के लाहा लेना सी। मैं घोड़ी उपर चढ़िया चढ़ाया पैदल आए तो बहुत बेअदबी हो गई, तो बहुत वड्डी बज्जर गलती हो गई, ये किवें माफ हो गए, चोर रहे ने। महाराज ने पुछ लिया, कहते भी की गल है, उदास जो क्यों हो गए? कहते महाराज की दसीए, मैनू नहीं पता सी भी आप ही गुरु नानक साहब हो, मैथों तो बहुत वड्डी भुल बेअदबी हो गई महाराज। मैं तो तुहाडी शरण होना सी, तुहाडा सिख सजना सी, तुहाडी बाणी मैं पढ़दा है, जोध राय ने महाराज मैनू लगन लाई है तुहाडी बाणी दी, इस करके महाराज तुसीं किरपा करो, सारियां भुलां माफ कर दिओ। महाराज कहते भी तेरा नां की है? कहते मापिया ने लहना रखिया है। हस के कहन लगे भी जिहड़ा लैण वाला हुंदा ना, वो कहते उच्चे तां घोड़े ते चढ़ के आउंदा हुंदा है, जिहड़ा देण वाला हुंदा वो नीवा हुंदा है। इस करके तू लैना है, असीं तैनूं देना है, ते तू क्यों बराम है? लैण वाला उच्चा ही आउंदा हुंदा है। यो महाराज ने जदों मेहर भरे खुशी नाल बचन करदे खिर गए, फिर मन गया भी हुण इत्थे ही रहना, अगे उगे नहीं जाना ज्वाला जूल देवी दे। इस तरह फिर साथियों ने कहन लगे भी तुसीं जाओ, असीं तां जिथे आउणा सी आ गए। जी हुण अगे कौन जाओ? कहंदे अगे तुसीं आपे जाओ। कई हुण इतिहासकार जिहड़े आ ढाडी कबीशर जे एवें मगज मारी जांदे, कदे बाहरा जांदे हुंदे सी, ना तो जांदा तो सौरा सी, ये तो पहली बारी लैके चले सी। शर्त यह सी भी पहला गुरु नानक दे दर्शन करांगा, फिर अगे वेखांगे। कई इस तरह इतिहास पढ़े तो बगैर ना कोई किसी तो देखिया सुनिया, जिन्हें कोई सारा इतिहास चंगी तरह कोखिया पड़तालिया है, बस मगज खपाई करी जाते। जिवें आ 40 मुक्तियां का प्रसंग भी अनंदपुर दे जिन्हां ने बदावे लिखते सी, महाराज ने कदे गीसे विचों कागज संभाल के रखिया, फिर इत्थे मुक्तसर आके फिर वो कागज कहंदे बाहर कढ़िया, फिर टुटी गंढी भी किधर ले चमको आनंदपुर वाले 40 मुक्ते किथे आ मुक्तसर दे कोल दे 40 मुक्ते माता भाग कौर जी नाल जिहड़े महा सिंह वर्गे वो सी 40 वो तो पंचायतियां राही इत्थे ही लिखिया गया सी बदावा। वो जिहड़े बदावे लिखण वाले सी महाराज ने कहता भी जिहड़े भज जाणगे बचेगा कोई नहीं, लिख दिते सी। फिर वो वेख लो सारे सरसा दे भेट होए ते माता भगौड़ी हो गई सी, माता दे नाल भी होया उवें ही। जिहड़े होणगे भजणगे ना वो सुखी तां होणगे नहीं, औखे जरूर होणगे। इस करके जिहड़े उत्थे सी वो तां 40 चुड़ी नहीं, वो तां महाराज नाल जिहड़े आए सी ना पूरे साफ सुथरे सी, वो 40 सी। कोई वो बदावा लिखण वाले 40 नहीं सी। ये लाना उत्थों गुड़ी जाने उहदे नाल जोड़ी जांदा, वो तां सन्मुख हो के महाराज दे कोल लड़े ने 40। हेमकौर दी गढ़ी विच भाई आलम सिंह वर्गे, भाई उदय सिंह वर्गे, विचित्र सिंह वर्गे, उन्होंने असीं किवें कह सकदे भी उन्होंने बदावा लिखिया सी। बदावा लिखण वाले तो उत्थे बहुत ही सी आनंदपुर दे विच। उठो हारीए भी, दुआबीए भी, माझे वाले, मालवे वाले सारा ही लाना सी उत्थे। उन्हां दी गिनती गुणती कोई नहीं सी, वो वखरे सन। इस तरह जिन्ना चिर कोई इतिहास चंगी तरह पढ़दा सुनदा नहीं, फिर वो ऐ
ਉੱਟ ਪੁੱਟ ਬਸ ਸੰਗਤ ਰੂਪ ਵਿੱਚ ਕਹੀ ਸੁਣਾਈ ਜਾਂਦਾ ਹੈ। ਉਹ ਸੁਣ ਸੁਣਾ ਕੇ ਅੱਗੇ ਲਕੀਰ ਦੇ ਫਕੀਰ ਹੈ ਉਹ ਦੇ ਤੇਰੇ ਦੀ ਕਰੀ ਜਾਂਦੇ ਨੇ। ਸੋ ਇਸ ਕਰਕੇ ਕਈ ਵਾਰੀ ਐਸਾ ਜਾਣੀ ਇਤਿਹਾਸ ਪੜ੍ਹੇ ਤੋਂ ਬਗੈਰ ਮਨੁੱਖ ਕਰਦਾ ਤਾਂ ਸਿੱਖੀ ਦਾ ਪ੍ਰਚਾਰ ਹੈ, ਪਰ ਕਰਦਾ ਉਲਟ ਪੁਲਟ ਹੈ। ਰਾਹ ਵਿਚਾਰ ਇਸ ਤਰ੍ਹਾਂ ਜਿਵੇਂ ਉਹ ਫਿਰ ਮਹਾਰਾਜ ਦੀ ਚਰਨ ਸ਼ਰਨ ਆ ਗਏ। ਆਪ ਜੀ ਕਹਿਣ ਲੱਗੇ ਵੀ ਹੁਣ ਜਿੱਥੇ ਆਉਣਾ ਸੀ ਉੱਥੇ ਆ ਗਏ। ਇਸ ਤਰ੍ਹਾਂ ਫਿਰ ਅੱਗੇ ਪ੍ਰਸੰਗ ਆ ਵੀ ਜਾਣਾ ਗੁਰੂ ਅੰਗਦ ਸਾਹਿਬ ਜੀ ਦਾ ਵੀ ਜਿਹੜੀ ਦੇਵੀ ਹੈ ਇਹ ਜਵਾਲਾ ਹੈ ਮਹਾਰਾਜ ਦੇ ਦਰਬਾਰ ਦੀ। ਇਹ ਦਰਬਾਰ ਲਈ ਸਫਾਈ ਕਰ ਰਹੀ ਹੈ ਝਾੜੂ ਨਾਲ। ਇਹਨਾਂ ਨੂੰ ਵੀ ਦਰਸ਼ਨ ਹੋਏ ਤੇ ਜਿਹੜੇ ਉੱਥੋਂ ਆਏ ਸਨ ਉਹ ਦੇਵੀ ਚੰਦ ਦੇ ਨਾਲ ਦੇ ਸਾਥੀ ਜਿਹੜੇ ਜਾਂਦੇ ਸਨ ਜਵਾਲਾਮੁਖੀ ਉਹਨਾਂ ਨੂੰ ਵੀ ਦੇਵੀ ਨੇ ਦਰਸ਼ਨ ਦਿੱਤੇ। ਇਹਨਾਂ ਨੇ ਸਾਰਿਆਂ ਨੇ ਪੁੱਛ ਲਿਆ ਵੀ ਮਾਤਾ ਜੀ ਤੁਸੀਂ ਕੌਣ ਆ ਝਾੜੂ ਦੇਣ ਵਾਲੇ? ਉਹ ਹੱਸ ਕੇ ਕਹਿਣ ਲੱਗੀ ਜਿੱਥੇ ਤੁਸੀਂ ਧੱਕੇ ਖਾਣ ਜਾਂਦੇ ਹੋ ਸੀ ਮੈਂ ਉਹ ਹੈ। ਕਹਿੰਦੇ ਮੈਂ ਵੀ ਉਹੀ ਦੇਵੀ ਹਾਂ ਜਿੱਥੇ ਤੁਸੀਂ ਜਾਂਦੇ ਹੁੰਦੇ ਯਾਤਰਾ ਕਰ। ਕਹਿੰਦੇ ਇੱਥੇ ਤੂੰ ਝਾੜੂ ਦਿੰਦੀ? ਕਹਿੰਦੇ ਇੱਥੋਂ ਹੀ ਕੁਛ ਲੈ ਕੇ ਨਾ ਗੁਰੂ ਨਾਨਕ ਦੇ ਦਰਬਾਰ ਵਿੱਚੋਂ ਮੈਂ ਤੁਹਾਨੂੰ ਥੋੜਾ ਬਹੁਤਾ ਦਿੰਦੀ ਹੈ। ਮੈਂ ਤਾਂ ਗੁਰੂ ਨਾਨਕ ਸਾਹਿਬ ਦੇ ਦਰਬਾਰ ਦੀ ਝਾੜੂ ਬਰਦਾਰ ਨਹੀਂ ਹੈ, ਸੇਵਾਦਾਰ ਨਹੀਂ ਆ। ਤੁਸੀਂ ਉਹ ਗੁਰੂ ਨਾਨਕ ਸਾਹਿਬ ਨੂੰ ਛੱਡ ਕੇ ਕਿੱਧਰ ਭਗਦੇ ਮੇਰੇ ਮਗਰ? ਉਹ ਸਾਰੇ ਖਡੂਰ ਵਾਸੀ ਫਿਰ ਉਹ ਵੀ ਛੱਡ ਗਏ ਸੀ, ਗੁਰੂ ਨਾਨਕ ਸਾਹਿਬ ਦੇ ਸਿੱਖ ਬਣ ਗਏ ਸੀ। ਇਸ ਕਰਕੇ ਇਤਿਹਾਸ ਪੜ੍ਹੇ ਤੋਂ ਬਗੈਰ ਮਨੁੱਖ ਕਈ ਵਾਰੀ ਐਵੇਂ ਮਗਜ ਖਵਾਈ ਕਰੀ ਕਰਾਈ ਜਾਂਦਾ ਹੈ। ਸੋ ਜਿਵੇਂ ਗੁਰੂ ਅੰਗਦ ਸਾਹਿਬ ਜੀ ਦੀ ਅੱਜ ਕਥਾ ਸੁਣ ਸ਼ੁਰੂ ਹੋ ਰਹੀ ਹੈ, ਥੋੜ੍ਹੀ ਜਿਹੀ ਇਸ ਕਰਕੇ ਸੁਣਾਈ ਕਿਉਂਕਿ ਪਹਿਲਾਂ ਆ ਗਈ ਹੈ, ਹੁਣ ਦੁਬਾਰਾ ਉਹ ਚੱਲ ਰਹੀ ਹੈ। ਇਸ ਕਰਕੇ ਥੋੜਾ ਜਿਹਾ ਪ੍ਰਸੰਗ ਸੁਣਾਇਆ। ਰਹੋ ਵਿਚਾਰ ਚਲੋਗੇ ਆਪਾਂ ਪ੍ਰਸੰਗ ਸ਼ੁਰੂ ਕਰੀਏ ਜੀ। ਏਕੋ ਰੂਪ ਸੋ ਦਸਮ ਗੁਰ। ਇਸ ਤਰ੍ਹਾਂ 10ਵੇਂ ਪਾਤਸ਼ਾਹ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਜੀ ਇੱਕੋ ਹੀ ਸਰੂਪ ਹਨ, ਇੱਕੋ ਹੀ ਰੂਪ ਹਨ। ਪਾਰ ਬ੍ਰਹਮ ਆਨੰਦ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੇ ਗੁਰੂ ਨਾਨਕ ਸਾਹਿਬ ਜੀ ਇਹ ਦਸੇ ਸਤਿਗੁਰੂ ਜਿਹੜੇ ਇੱਕੋ ਰੂਪ ਇਸ ਕਰਕੇ ਹਨ ਕਿ ਪਾਰ ਬ੍ਰਹਮ ਆਨੰਦ ਜਿਹੜਾ ਪ੍ਰਾਰੂਪ ਬ੍ਰਹਮ ਵਿਆਪਕ ਸਰੂਪ ਉਹ ਸਚਿਤ ਆਨੰਦ ਹੈ ਵਾਹਿਗੁਰੂ ਉਹਦਾ ਸਰੂਪ ਹਨ। ਅਰਬਿੰਦ ਮੁਕੰਦ ਛੱਡਣਾ ਜਾ ਪਦ ਅਰਬਿੰਦ ਮੁਕੰਦ ਬਰ। ਜਿਨ੍ਹਾਂ ਦੇ ਸ੍ਰੇਸ਼ਟ ਜਿਹੜੇ ਚਰਨ ਕਮਲ ਹਨ ਮੁਕਤੀ ਦਾਤਾ। ਬੰਦਾ ਦੁਆ ਕਰ ਬੰਦ। ਦੋਵੇਂ ਹੱਥ ਜੋੜ ਕੇ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ 10ਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਸਾਰਿਆਂ ਨੂੰ ਨਮਸਕਾਰ ਕਰਦਾ ਹਾਂ। ਸਵਈਆ ਸ੍ਰੀ ਗੁਰੂ ਨਾਨਕ ਪੂਰਨ ਤੇ। ਕਵੀ ਜੀ ਪ੍ਰਸੰਗ ਸ਼ੁਰੂ ਕਰਦੇ ਹੈ ਜੋ ਸੁਹਾਏ ਮਾਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪਰਿਪੂਰਨ ਹਨ। ਗੁਰਤਾ ਗੁਰ ਅੰਗਦ ਨੇ ਜਬ ਪਾਈ। ਸ੍ਰੀ ਗੁਰੂ ਕਰਤਾਰਪੁਰ ਸਾਹਿਬ ਵਿਖੇ ਪੂਰਿਆਂ ਪਰਖ ਵਿੱਚ ਉਤਰ ਕੇ ਗੁਰੂ ਅੰਗਦ ਸਾਹਿਬ ਨੇ ਗੁਰਤਾ ਗੱਦੀ ਪ੍ਰਾਪਤ ਕਰ ਲਈ ਸੀ। ਧਿਆਨ ਹਿਰਦੈ ਗੁਰਮੂਰਤ ਕੋ। ਉਸੇ ਵੇਲੇ ਗੁਰੂ ਨਾਨਕ ਸਾਹਿਬ ਦਾ ਜਿਹੜਾ ਧਿਆਨ ਹਿਰਦੇ ਵਿੱਚ ਠਹਿਰਾਏ ਲਿਓ ਜਬ ਦੀਨ ਵਿਦਾਈ। ਜਦੋਂ ਗੁਰੂ ਨਾਨਕ ਸਾਹਿਬ ਦੇ ਬਦੌਗੀ ਦਿੱਤੀ ਸੀ ਗੁਰਤਾ ਗੱਦੀ ਵਿੱਚ ਵੀ ਹੁਣ ਸ੍ਰੀ ਚੰਦ ਤੇ ਲక్ష్ਮੀ ਦਾਸ ਦਾ ਇੱਥੇ ਕਰਤਾਰਪੁਰ ਸਾਹਿਬ ਜਾਏਗੇ, ਤੁਸੀਂ ਸ੍ਰੀ ਖਡੂਰ ਸਾਹਿਬ ਹੀ ਚਲੇ ਜਾਣਾ। ਇਸ ਕਰਕੇ ਜਦੋਂ ਗੁਰੂ ਸਾਹਿਬ ਨੂੰ ਬਦੌਗੀ ਦਿੱਤੀ ਸੀ ਵੀ ਤੂੰ ਉੱਥੇ ਚਲੇ ਜਾਓ, ਉੱਥੇ ਅਸੀਂ ਪਾਣਾ ਵਰਤਾਵਾਂਗੇ, ਪੁੱਤਰ ਇੱਥੇ ਰਹਿਣਗੇ। ਬੇਬਸ ਹੋਏ ਵਿਛਰਿਓ ਗੁਰ ਤੇ। ਉਸ ਵੇਲੇ ਗੁਰੂ ਅੰਗਦ ਸਾਹਿਬ ਜੀ ਬੇਬਸ ਹੋ ਕੇ ਗੁਰੂ ਨਾਨਕ ਸਾਹਿਬ ਤੋਂ ਵਿਛੜੇ ਹਨ। ਅਸ਼ਟਾਂਗ ਕਰੀ ਮੁਖ ਕੋ ਰਜ ਲਾਈ। ਅੱਠ ਅੰਗ ਲਾ ਕੇ ਨਮਸਕਾਰ ਕੀਤੀ ਹੈ। ਉਹ 8 ਅੰਗ ਲਾ ਕੇ ਧਰਤੀ ਤੇ ਮੱਥਾ ਟੇਕਣਾ ਨੂੰ ਅਸ਼ਟਾਂਗ ਕਹਿ ਦਿੰਦੇ ਹੈ। ਡੰਡੇ ਵੱਲ ਸਿੱਧਿਆਂ ਪੈ ਕੇ ਨਮਸਕਾਰ ਕਰਨੀ ਉਹਨੂੰ ਡੰਡੌਤ ਕਹਿੰਦੇ ਨੇ। ਉਹ ਡੰਡਿਆਂ ਵੱਲ ਜਦੋਂ ਅਸੀਂ ਪਾਵਾਂਗੇ ਉਦੋਂ 8 ਅੰਗ ਸਾਡੇ ਸਰੀਰ ਤੇ ਲੱਗ ਜਾਂਦੇ ਆ। ਇੱਕ ਤਾਂ ਦੋਵੇਂ ਹੱਥ ਲੱਗਦੇ ਆ
ਇਹ ਦੋਵੇਂ ਹੱਥ ਦੀਆਂ ਜਿਹੜੀਆਂ ਕੂਹਣੀਆਂ ਹਨ ਉਹ ਵੀ ਧਰਤੀ ਤੇ ਲੱਗ ਜਾਂਦੀਆਂ, ਦੋਵੇਂ ਜਿਹੜੇ ਗੋਡੇ ਹੈ ਉਹ ਵੀ ਧਰਤੀ ਤੇ ਲੱਗ ਜਾਂਦੇ ਨੇ। ਇਸੇ ਤਰ੍ਹਾਂ ਮੱਥਾ ਵੀ ਲੱਗ ਜਾਂਦਾ ਹੈ। ਇਹ ਇਸ ਤਰ੍ਹਾਂ ਇਹ 8 ਅੰਗ, ਸੀਸ ਲੱਗ ਜਾਂਦਾ, ਮੱਥਾ ਲੱਗ ਜਾਂਦਾ, 8 ਅੰਗ ਹੋ ਗਏ, 8 ਹਿੱਸੇ ਹੋ ਗਏ। 8 ਅੰਗ ਲਾ ਕੇ ਮਹਾਰਾਜ ਨੇ ਅਸ਼ਟਾਂਗ ਕੀਤੀ ਹੈ ਤੇ ਮੁਖ ਨੂੰ ਚਰਨ ਤੋਂ ਆਈ ਹੈ। ਨੀਰ ਬਿਲੋਚਨ ਭੂਰ ਵਿਮੋਚਿਤ, ਆਪਣੇ ਨੇਤਰਾਂ ਵਿੱਚੋਂ ਬਹੁਤਾ ਕਹਿੰਦੇ ਪਾਣੀ ਛੜਰੇ ਤੇ ਝੂਰ ਰਹੇ ਹਨ। ਸੋਚਤ ਪ੍ਰੇਮ ਮਹਾ ਉਮਗਾਈ, ਇਸ ਤਰ੍ਹਾਂ ਸੋਚ ਰਹੇ ਹੈ, ਪ੍ਰੇਮ ਦੇ ਵਿੱਚ ਬੜੇ ਭਾਰੀ ਉਛਲ ਰਹੇ ਹੋਏ। ਜੀਵ ਸਰੀਰ ਮਨੋ ਵਿਛਰਿਓ, ਮਨੋ ਕਹਿੰਦੇ ਜਿਹੜਾ ਸਰੀਰ ਹੈ ਇਹਦੇ ਨਾਲ ਜੀਵ ਆਤਮਾ ਵਿਛੜ ਗਿਆ, ਵੱਖਰਾ ਹੋ ਗਿਆ ਹੈ। ਬਿਰਹਾਕੁਲ ਤੇ ਔਰ ਵਿਆਕੁਲ ਭਾਰੇ, ਨਾਨਕ ਸਾਹਿਬ ਦੇ ਬੜੇ ਕਰਕੇ ਕਹਿੰਦੇ ਬੜੇ ਹਿਰਦੇ ਵਿੱਚ ਵਿਆਕੁਲ ਹਨ, ਘਬਰਾਹਟ ਵਿੱਚ ਹਨ। ਬੋਲ ਬਨਾਹੇ ਬੈਨ ਗੁਰੂ ਗੁਰ ਅਗਰਜ, ਬੋਲ ਬਨਾਹੇ ਬਨੈ ਗੁਰ ਅਗਰਜ। ਗੁਰੂ ਨਾਨਕ ਸਾਹਿਬ ਜੀ ਦੇ ਅੱਗੇ ਤੁਹਾਨੂੰ ਬੋਲਣਾ ਨਹੀਂ ਬਣਦਾ ਹੈ। ਸੰਕਟ ਤੂਸ਼ਨ ਠਾਨ ਸਹਾਰੇ, ਇਸ ਕਰਕੇ ਵਿਛੋੜੇ ਦਾ ਜਿਹੜਾ ਦੁੱਖ ਹੈ ਚੁੱਪ ਤਾਰ ਕੇ ਆਪ ਜੀ ਸਹਾਰ ਰਹੇ ਹੈ। ਆਏ ਮਾਨਵੋ ਧਰਮ ਧਰਿਓ, ਗੁਰੂ ਅੰਗਦ ਸਾਹਿਬ ਮਹਾਰਾਜ ਨੇ ਵੀ ਗੁਰੂ ਨਾਨਕ ਸਾਹਿਬ ਦੀ ਹਰ ਇੱਕ ਆਗਿਆ ਨੂੰ ਮੰਨਣਾ, ਇਹ ਧਰਮ ਧਾਰਿਆ, ਨਿਯਮ ਧਾਰਿਆ ਹੋਇਆ ਹੈ। ਤਜ ਨਾਹਿ ਸਕੈ ਨਹਿ ਬਾਕ ਉਚਾਰੇ, ਇਸ ਕਰਕੇ ਉਹ ਧਰਮ ਦੇ ਜਿਹਨੂੰ ਛੱਡ ਨਹੀਂ ਸਕਦੇ, ਕੋਈ ਵਚਨ ਨਹੀਂ ਕਹਿੰਦੇ ਹਨ। ਹੋਏ ਵਿਦਾ ਤਤਕਾਲ ਚਲੇ, ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਤੋਂ ਵਿਦਾ ਹੋ ਕੇ ਬੜੀ ਛੇਤੀ ਚੱਲੇ ਹਨ ਗੁਰੂ ਅੰਗਦ ਸਾਹਿਬ ਜੀ। ਰਾਮ ਖਡੂਰ ਕੇ ਪੰਥ ਪਧਾਰੇ, ਆਪਣਾ ਕਹਿੰਦੇ ਹੁਣ ਗ੍ਰਾਮ ਪਿੰਡ ਖਡੂਰ ਹੈ, ਉਸਦੇ ਰਸਤੇ ਚੱਲੇ। ਅਜੇ ਤਾਂ ਭਾਵੇਂ ਆਪ ਜੀ ਦਾ ਨਗਰ ਨਾਂਗੇ ਦੀ ਸਰਾਂ ਸੀ, ਉਸ ਤੋਂ ਪਹਿਲਾਂ ਹਰੀ ਕੇ ਰਹਿੰਦੇ ਸਨ। ਇੱਥੇ ਤਾਂ ਆਪ ਜੀ ਦਾ ਸਹੁਰਾ ਘਰ ਸੀ ਇਹ ਖਡੂਰ ਵਿੱਚ, ਇੱਥੇ ਰਹਿ ਰਹੇ। ਹੁਣ ਆਪਣਾ ਪਿੰਡ ਜਾਣੀਏ ਸਹੁਰਾ ਘਰ ਖਡੂਰੀ, ਇੱਥੇ ਆ ਰਸਤੇ ਚੱਲੇ ਹਨ। ਆਵਤ ਹੈ ਚਿਤ ਮੇ ਚਿਤਵੰਤਤ, ਰਸਤੇ ਵਿੱਚ ਆਉਂਦੇ ਹੋਏ ਪੁੱਛਦੇ ਹਨ। ਗੁਰ ਰੂਪ ਸੁਭਾਉ ਕਿਰਪਾਲਾ, ਮਹਾਰਾਜ ਦਾ ਬੜਾ ਸੋਹਣਾ ਸਰੂਪ ਸੀ, ਸੁਭਾਅ ਨਾਲ ਬੜਾ ਦਇਆਲੂ ਕਿਰਪਾਲੂ ਹੈ। ਦੀਪੈ ਦਿਆਲ ਪਛਾਨਤ ਕਾਲ ਕੋ, ਨਾਨਕ ਸਾਹਿਬ ਗਰੀਬਾਂ ਉੱਪਰ ਦਿਆਲਤਾ ਕਰਨ ਵਾਲੇ ਹੈ ਤੇ ਕਲਣਾ ਕਮਾਈ ਕੀਤੀ ਨੂੰ ਚੰਗੀ ਤਰ੍ਹਾਂ ਪਛਾਣਦੇ ਹੈ। ਸੇਵਕ ਕੇ ਪਸ ਸੁਭਾਉ ਕਿਰਪਾਲਾ, ਮਹਾਰਾਜ ਦਾ ਸੁਭਾਅ ਬੜਾ ਕਹਿੰਦੇ ਦਇਆਲੂ ਕਿਰਪਾਲੂ ਹੈ, ਸੇਵਕਾਂ ਦੇ ਬਸ ਹੋ ਕੇ ਰਹਿੰਦੇ। ਚਾਹਤ ਹੈ ਪ੍ਰਧਾਨ ਐਸੇ ਗੁਰੂ ਨਾਨਕ ਸਾਹਿਬ ਦਿਆਲੂ ਕਿਰਪਾਲੂ ਹੁਣ ਸੱਚਖੰਡ ਨੂੰ ਜਾਇਆ ਚਾਹੁੰਦੇ ਹਨ। ਮੋਹ ਵਡਾਈ ਦਾ ਕੀਨ ਨਿਰਾਲਾ, ਰਸਤੇ ਵਿੱਚ ਸੋਚਦੇ ਆਉਂਦੇ ਵੀ ਵੇਖੋ ਮੈਨੂੰ ਗੁਰਤਾ ਗੱਦੀ ਦੀ ਵਡਿਆਈ ਦੇ ਕੇ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਤੋਂ ਵੱਖਰਾ ਕਰ ਦਿੱਤਾ ਹੈ। ਸੰਕਟ ਵਿਯੋਗ ਕੋ ਮੋਹ ਵਧਿਓ, ਇਸ ਕਰਕੇ ਵਿਛੋੜੇ ਦਾ ਜਿਹੜਾ ਦੁੱਖ ਹੈ ਮੈਨੂੰ ਬੜਾ ਵੱਧ ਰਿਹਾ ਹੈ। ਬਸ ਨਾਹਿ ਚਲੈ ਤਿਨਕੇ ਬਚ ਨਾਲਾ, ਨਾਨਕ ਸਾਹਿਬ ਦੇ ਜਿਹੜੇ ਬਚਨ ਉਹਨਾਂ ਦੇ ਨਾਲ ਹੁਣ ਮੇਰਾ ਕੋਈ ਬਸ ਨਹੀਂ ਚੱਲਦਾ, ਉਹਨਾਂ ਬਚਨਾਂ ਨੂੰ ਮੈਂ ਮੋੜ ਨਹੀਂ ਸਕਦਾ। ਸ੍ਰੀ ਗੁਰ ਅੰਗਦ ਬੀਚ ਖਡੂਰ ਕੇ, ਇਸ ਤਰ੍ਹਾਂ ਸੋਚਦੇ ਹੋਏ ਰਸਤਾ ਤੈਅ ਕਰਕੇ ਗੁਰੂ ਅੰਗਦ ਸਾਹਿਬ ਜੀ ਖਡੂਰ ਸਾਹਿਬ ਦੇ ਵਿਚਕਾਰ ਆਏ ਪ੍ਰਵੇਸ਼ ਭਏ ਨਿਹਾਈ, ਆਪਣਾ ਸਥਾਨ ਆਪਣਾ ਘਰ ਉਹਦੇ ਵਿੱਚ ਆ ਪ੍ਰਵੇਸ਼। ਕੌਣ ਧਰੇ ਨਹਿ ਕੌਣ ਮਿਲੇ, ਗੁਰੂ ਅੰਗਦ ਸਾਹਿਬ ਜੀ ਨੇ ਚੁੱਪ ਧਾਰਨ ਕੀਤੀ ਹੋਇਆ, ਕਿਸੇ ਨੂੰ ਭੌਨ ਵਿੱਚ ਭੌਨ ਬਰੇ ਭਿਖ ਮਾਈ ਰਾਈ, ਇਸ ਤਰ੍ਹਾਂ ਕਹਿੰਦੇ ਵਿੱਚ ਭੌਨ ਭਰੇ ਭਿਖ ਮਾਈ ਪਰਾਈ। ਘਰ ਦੇ ਵਿੱਚ ਤੇ ਮਾਤਾ ਜਿਹੜੀ ਪਰਾਈ ਹੈ ਉਹਨੇ ਵੇਖਿਆ ਹੈ। ਤਾਂ ਭਰਾਈ ਮਹਾਰਾਜ ਦੀ ਸੱਸ ਸੀ ਤੇ ਸੁਭਰਾਈ ਜਿਹੜੀ ਸੀ ਉਹ ਗੁਰੂ ਨਾਨਕ ਸਾਹਿਬ ਦੇ ਮਾਤਾ ਦਾ ਨਾਂ ਸੀ। ਇੱਥੇ ਜੇ ਤਾਂ ਮਾਤਾ ਭਰਾਈ ਕਹਿਣਾ, ਉੱਥੇ ਅਰਥ ਕਰਨਾ ਸੁਭਰਾਈ ਜੀ।
ਜੇ ਇਸ ਤਰ੍ਹਾਂ ਵੀ ਇਹ ਪੜ੍ਹਾਈ ਕਰਨਾ, ਫਿਰ ਇੱਥੇ ਸੱਸ ਜਾਣਨਾ ਹੈ। ਭਰਾਈ ਸੱਸ ਦਾ ਨਾਮ ਸੀ, ਮਾਤਾ ਦਾ ਨਾਮ ਸੁਭਰਾਈ ਸੀ। ਇੰਨਾ ਕੁ ਫਰਕ ਹੈ ਸੱਸੇ ਦਾ, ਇਉਂ ਭੁਲੇਖਾ ਕਈ ਵਾਰੀ ਪੈਂਦਾ ਹੈ। ਬੂਝਤ ਸ੍ਰੀ ਗੁਰੂ ਨਾਨਕ ਕੀ ਸੁਧ। ਉਸ ਵੇਲੇ ਮਾਤਾ ਭਰਾਈ ਜੀ ਜਾਂ ਸੱਸ ਜਿਹੜੀ ਹੈ ਭਰਾਈ ਜੀ ਜਾਂ ਮਾਤਾ ਸੁਭਰਾਈ ਜੀ, ਦੋਵੇਂ ਅਰਥ ਲਾਈ ਜਾਣੇ ਆ। ਗੁਰੂ ਨਾਨਕ ਸਾਹਿਬ ਦੀ ਖਬਰ ਪੁੱਛ ਰਹੇ ਹਨ। ਕੌਣ ਸੇ ਥਾਨ ਤਜੇ ਸਮੁਦਾਈ। ਹਾਂਜੀ, ਕੌਣ ਸੇ ਥਾਨ ਤਜੇ ਸਮੁਦਾਈ। ਸਮੁਦਾਈ ਹੈ, ਸੁਖਦਾਈ। ਹਾਂ, ਸੁਖ ਦੇਣ ਵਾਲੇ ਗੁਰੂ ਨਾਨਕ ਸਾਹਿਬ ਜੀ, ਤੁਸੀਂ ਕਿਹੜੇ ਥਾਂ ਛੱਡ ਆਏ ਹੋ? ਕਿਉਂ ਤੁਮ ਕੋਠਰੀ ਆਨ ਥਿਰੇ। ਇਹ ਗੁਰੂ ਅੰਗਦ ਸਾਹਿਬ ਜੀ, ਕਿਉਂ ਤੁਸੀਂ ਇਹ ਕੋਠੜੀ ਵਿੱਚ ਆ ਟਿਕੇ ਹੋ? ਮਨ ਭੰਗ ਹੈ ਮੁਖ ਨਾ ਬਿਕਸਾਈ। ਕਿਉਂਕਿ ਤੁਹਾਡਾ ਜਿਹੜਾ ਮਨ ਹੈ ਬੜਾ ਅਪਰਾਮ ਹੋਇਆ ਹੋਇਆ, ਤੇ ਮੁਖ ਵੀ ਖਿੜਿਆ ਨਹੀਂ, ਚਿਹਰਾ ਵੀ ਮੁਰਝਾਇਆ ਹੋਇਆ ਹੈ। ਜਨ ਠਾਨ ਭੰਨਿਓ ਕੁਛ ਨਾਹਿਨ। ਗੁਰੂ ਅੰਗਦ ਸਾਹਿਬ ਜੀ ਨੇ ਮਾਤਾ ਤੋਂ ਤਥਾ ਸੱਸ ਤੋਂ ਸੁਣ ਕੇ ਚੁੱਪ ਹੀ ਕਰ ਲਈ, ਕੁਝ ਵੀ ਨਹੀਂ ਆਖਿਆ, ਕੋਈ ਜਵਾਬ ਨਹੀਂ ਦਿੱਤਾ ਹੈ। ਆਨੰਦ ਜਗ ਸਵਾਸ ਭਰਿਓ। ਮਾਤਾ ਜੀ ਤੋਂ ਸੁਣ ਕੇ ਸੱਸ ਤੋਂ ਆਪਣੇ ਮੁਖ ਤੋਂ ਲੰਮਾ ਹੋਕਾ ਜਾ ਭਰਿਆ ਹੈ। ਲੋਚਨ ਨੀਰ ਵਿਮੋਚਿਤ ਸੋਚਤ। ਸ੍ਰੀ ਗੁਰੂ ਅੰਗਦ ਸਾਹਿਬ ਜੀ ਅੱਖਾਂ ਵਿੱਚੋਂ ਪਾਣੀ ਸੁੱਟ ਰਹੇ ਹੈ ਤੇ ਸੋਚਾਂ ਸੋਚ ਰਹੇ ਹੈ। ਲੋਚਤ ਹੈ ਚਿਤ ਮੇਲ ਕਰਿਓ। ਇਸ ਤਰ੍ਹਾਂ ਚਿੱਤ ਵਿੱਚ ਲੋਚਦੇ ਹਨ ਵੀ ਗੁਰੂ ਨਾਨਕ ਸਾਹਿਬ ਦੇ ਨਾਲ ਸਾਡਾ ਫੇਰ ਦੁਬਾਰਾ ਕਿਵੇਂ ਮੇਲ ਹੋ ਗਿਆ। ਮੇਲ ਕਰਿਆ ਚਾਹੁੰਦੇ, ਚਿੱਤ ਵਿੱਚ ਚਾਹੁੰਦੇ। ਐਸ ਦਸ਼ਾ ਪਿਖ ਜਾਨੀ ਦੇ ਤਿਨ। ਇਸ ਤਰ੍ਹਾਂ ਦੀ ਗੁਰੂ ਅੰਗਦ ਸਾਹਿਬ ਦੀ ਹਾਲਤ ਜਾਣ ਕੇ ਉਹਨਾਂ ਨੇ ਹਿਰਦੇ ਵਿੱਚ ਜਾਣ ਲਿਆ ਹੈ। ਮਾਤਾ ਨੇ ਸ੍ਰੀ ਗੁਰੂ ਨਾ ਇਸ ਲੋਕ ਥਿਰਿਓ। ਇਹਨਾਂ ਦੀ ਹਾਲਤ ਤੋਂ ਪਤਾ ਚੱਲਦਾ ਵੀ ਸੁਭਾਏ ਮਾਨ ਗੁਰੂ ਨਾਨਕ ਸਾਹਿਬ ਜੀ ਇਸ ਸੰਸਾਰ ਦੇ ਵਿੱਚ ਜਿਵੇਂ ਨਹੀਂ ਰਹੇ ਹੁੰਦੇ। ਆਪਣੇ ਧਾਮ ਬਿਕੁੰਠ ਗਏ। ਕਿਉਂ ਪ੍ਰਤੀਤ ਹੁੰਦਾ ਇਹਨਾਂ ਦੀ ਹਾਲਤ ਤੋਂ ਵੀ ਆਪਣਾ ਜਿਹੜਾ ਉਹਨਾਂ ਦਾ ਸੱਚਖੰਡ ਘਰ ਸੀ ਉੱਥੇ ਮਹਾਰਾਜ ਚਲੇ ਗਏ ਹੋਣਗੇ। ਇਨ ਵਿਯੋਗ ਭਇਓ ਦੁਖ ਦਹੀ ਦੀਹ ਧਰਿਓ। ਮੇਰੇ ਪੁੱਤਰ ਨੇ ਉਹਨਾਂ ਦਾ ਵਿਛੋੜੇ ਦਾ ਦੁੱਖ ਧਾਰਨ ਕੀਤਾ, ਜਿਸ ਕਰਕੇ ਬੜਾ ਵਿਛੋੜੇ ਕਰਕੇ ਬੜਾ ਦੁੱਖ ਧਾਰਨ ਕਰ ਰਹੇ। ਫੇਰ ਪਿਰਾਈ ਨੇ ਬੂਝਨ ਕੀਨਸ। ਜਿਹੜੀ ਮਾਤਾ ਸੁਭਰਾਈ ਉਸਨੇ ਪੁੱਛਣਾ ਕੀਤਾ ਹੈ। ਗੁਰ ਕੋ ਪਰਲੋਕ ਭਇਓ। ਗੁਰੂ ਅੰਗਦ ਸਾਹਿਬ ਮੇਰੇ ਪੁੱਤਰ ਦੱਸੋ ਕਿ ਗੁਰੂ ਨਾਨਕ ਸਾਹਿਬ ਦਾ ਪਰਲੋਕ ਗਮਨ ਹੋ ਗਿਆ, ਸੱਚਖੰਡ ਚਲੇ ਗਏ। ਜਾਂ ਸੁਣ ਕੇ ਗੁਰ ਅੰਗਦ ਨੇ ਤਬ। ਉਸ ਵੇਲੇ ਮਾਤਾ ਸੁਭਰਾਈ ਜੀ ਤੋਂ ਸੁਣ ਕੇ ਤਦੋਂ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਤਾਹੀ ਕੇ ਸੰਗ ਬਖਾਨ ਮਾਤਾ ਉਹਦੇ ਸਾਥੀਆਂ ਬਖਾਨ ਕੀਤਾ, ਕਥਨ ਕੀਤਾ ਹੈ। ਮੋਹ ਕਛੂ ਨਹਿ ਭਾਵਤ ਹੈ। ਮਾਤਾ ਸੁਭਰਾਈ ਹੁਣ ਮੈਨੂੰ ਕੋਈ ਚੰਗਾ ਨਹੀਂ ਲੱਗਦਾ, ਕੁਝ ਭਾਉਂਦਾ ਨਹੀਂ। ਦਿਖਬੇ ਸੁਨਬੇ ਚਿਤ ਖੇਦ ਥਿਓ। ਜਦੋਂ ਕਿਸੇ ਪਾਸੇ ਦੇਖਦੇ ਹਾਂ ਉਹਦੇ ਵੀ ਚਿੱਤ ਵਿੱਚ ਦੁੱਖ ਹੁੰਦਾ ਹੈ। ਜਦੋਂ ਕਿਸੇ ਦੀ ਗੱਲ ਸੁਣ ਲੱਗਿਆ ਵੀ ਚਿੱਤ ਨੂੰ ਦੁੱਖ ਹੁੰਦਾ ਹੈ। ਅੰਤਰ ਹੋਏ ਇਕੰਤ ਨਿਰੰਤਰ। ਇਸ ਕਰਕੇ ਮਾਤਾ ਜੀ ਅਸੀਂ ਘਰ ਦੇ ਅੰਦਰ ਹੋ ਕੇ ਇੱਕ ਰਸ ਬਿਨਾ ਪੜ੍ਹਨ, ਇੱਕ ਨਿਰੰਤਰ ਇੱਕ ਰਸ ਘਰ ਦੇ ਅੰਦਰ ਇਕਾਂਤ ਹੋ ਕੇ ਬੈਠਿਓ ਚਾਹੋ ਇਹੋ ਮੇਰੋ ਹਿਓ। ਘਰ ਦੇ ਅੰਦਰ ਇੱਕ ਰਸ ਹੋ ਕੇ ਬੈਠਿਆ ਚਾਹੁੰਦੇ ਹੋ, ਮੇਰੇ ਹਿਰਦੇ ਵਿੱਚ ਆਉਂਦਾ, ਮੇਰੇ ਜੀਵ ਵਿੱਚ ਆਉਂਦਾ ਹੈ। ਜਿਉਂ ਕੋਟ ਪੱਕਿਓ ਦੁੱਖ ਦੇਤ ਹੈ। ਮਾਤਾ ਜੀ ਜਿਵੇਂ ਕੋਈ ਫੋੜਾ ਪੱਕ ਗਿਆ ਹੋਵੇ ਤੇ ਉਹ ਬੜਾ ਭਾਰੀ ਦੁੱਖ ਦਿੰਦਾ ਹੁੰਦਾ ਹੈ। ਚੋਟ ਲੱਗੇ ਪੁਨ ਹੈ ਅਧਿਕਾਈ। ਪੱਕੇ ਫੋੜੇ ਤੇ ਚੋਟ ਸੱਟ ਲੱਗ ਜੇ ਤਾਂ ਫਿਰ ਤਾਂ ਬਹੁਤ ਹੀ ਤਕਲੀਫ ਹੁੰਦੀ ਹੈ, ਜ਼ਿਆਦਾ ਹੀ ਔਖਿਆਈ ਹੁੰਦੀ ਹੈ। ਤਿਉ ਵਿਵਹਾਰ ਬਿਲੋਕਨ ਬੋਲਨ। ਮਾਤਾ ਜੀ ਕੋਈ ਵਿਵਹਾਰ ਕਰੀਏ ਕਿਸੇ ਵਲੀ ਜਾਂ ਕਿਸੇ ਨਾਲ ਬੋਲੀਏ ਚਲੀਏ, ਪ੍ਰਾਨ ਸੁਨੇ ਮੁਝ ਹੈ ਬਿਕੁਲਾਈ। ਕੰਨਾਂ ਨਾਲ ਕਿਸੇ
ਗੱਲ ਸੁਣੀਏ। ਮੈਨੂੰ ਤਾਂ ਵਿਆਕੁਲਤਾ ਹੁੰਦੀ, ਜ਼ਿਆਦਾ ਤਕਲੀਫ ਹੁੰਦੀ, ਜਿਵੇਂ ਪੂਰੇ ਪੱਕੇ ਤੇ ਸੱਟ ਲੱਗ ਜੇ, ਹੋਰ ਤੋਂ ਤਕਲੀਫ ਵਾਲੀਆਂ ਬੋਲਣ ਚੱਲਣ ਨਾਲ ਜ਼ਿਆਦਾ ਤਕਲੀਫ ਹੁੰਦੀ ਹੈ। ਕੋਠੜੀ ਕੋ ਦਰ ਸੋਚਨ ਦੇਹੋ। ਇਸ ਕਰਕੇ ਮਾਤਾ ਜੀ ਦਾ ਜਿਹੜਾ ਦਰਵਾਜ਼ਾ ਹੈ ਨਾ ਕੋਠੜੀ ਦਾ, ਇਹ ਤੁਸੀਂ ਚਿੰਦੇ ਹੋ ਇੱਟਾਂ ਜੀਆਂ ਲਾ ਕੇ। ਕਹੋ ਕਿਸ ਪਾਸ ਨਾ ਕੈਸੇ ਬਤਾਈ। ਹਾਂ, ਜੇ ਕੋਈ ਬਤਾਈ ਕੇ ਪੁੱਛਣਾ ਕਰੇ, ਕਿਸੇ ਦੇ ਪਾਸ ਤੁਸੀਂ ਕਹੋ ਨਾ, ਕੋਈ ਨਾ ਦੱਸੋ ਵੀ ਕਿੱਥੇ ਹਨ ਗੁਰੂ ਅੰਗਦ ਸਾਹਿਬ। ਮੋਹ ਭਰਿਓ ਉਪਕਾਰ ਕਰੋ। ਮਾਤਾ ਜੀ ਉਹ ਕੋਠੜੀ ਦਾ ਦਰਵਾਜ਼ਾ ਬੰਦ ਕਰਕੇ ਤੁਸੀਂ ਮੇਰੇ ਉੱਪਰ ਪਰਉਪਕਾਰ ਕਰਦੇ ਹੋ। ਵਿੱਚ ਬੈਠ ਰਹੋ ਜਿਨ ਹੋਇ ਨਾ ਲਿਖਾਈ। ਇਹ ਕੋਠੜੀ ਦੇ ਵਿੱਚ ਮੈਂ ਲੋਭ ਹੋ ਕੇ ਬੈਠ ਰਹਾਂਗਾ, ਜਿਸ ਕਰਕੇ ਮਤਾਂ ਕੋਈ ਜਾਣ ਸਕੇ। ਬੂਝਨ ਕੀਨ ਪਿਰਾਈ ਨੇ ਫੇਰ। ਸਵੇਰੇ ਮਾਤਾ ਸਵਰਾਈ ਨੇ ਫੇਰ ਪੁੱਛਣਾ ਕੀਤਾ। ਇਕੰਤ ਰਹੋ ਥਿਤ ਹੋਇ ਇਸ ਥਾਈ। ਸ਼ਾਂਤ ਤੇ ਤੁਸੀਂ ਇਸਤਤ ਹੋ ਕੇ ਇਕਾਂਤ ਹੋ ਰਹੇ, ਇਕੱਲੇ ਹੋ ਰਹੋ। ਕਿਉਂ ਦਰ ਕੋ ਚਿਨ ਪਾਵਤ ਹੋ। ਇਹ ਕੋਠੜੀ ਦਾ ਦਰਵਾਜ਼ਾ ਹੈ। ਬਾਤ ਬਨੇ ਨਹਿ ਸੰਕਟ ਪਾਈ। ਇਸ ਤਰ੍ਹਾਂ ਦੀ ਗੱਲਬਾਤ ਤਾਂ ਬਣ ਨਹੀਂ ਸਕੇ ਹੋਗੇ। ਸ੍ਰਵਣ ਸੁਨੇ ਤਿਸਤੇ ਕੀਏ ਤੂਸ਼ਨ। ਹਾਂ, ਇਸ ਤਰ੍ਹਾਂ ਮਾਤਾ ਜੀ ਤੋਂ ਗਲਤਾ ਸੁਣ ਲਈ, ਕੰਨਾਂ ਵਿੱਚ ਪਰ ਚੁੱਪ ਹੀ ਰਹੇ। ਫੇਰ ਨਹੀਂ ਕੁਛ ਬਾਨੀ ਅਲਾਈ। ਆਪਣੀ ਮਾਤਾ ਜੀ ਨੂੰ ਕੋਈ ਗੱਲ ਨਹੀਂ ਆਖੀ ਹੈ। ਬੈਠ ਰਹੇ ਜੁਗ ਲੋਚਨ ਮੂੰਦ। ਗੁਰੂ ਅੰਗਦ ਸਾਹਿਬ ਜੀ ਦੋਵੇਂ ਨੇਤਰ ਬੰਦ ਕੀਤੇ ਆ ਤੇ ਕੋਠੜੀ ਦੇ ਅੰਦਰ ਬੈਠ ਰਹੇ। ਮਨੋ ਸਿਵ ਮੂਰਤ ਧਿਆਨ ਲਗਾਈ। ਮਾਤਾ ਦੇ ਧਿਆਨ ਲਾਇਆ, ਦੇਖ ਕੇ ਅਨੁਮਾਨ ਜਾ ਲਾਇਆ ਵੀ ਮਨੋ ਸ਼ਿਵੀ ਨੇ ਆਪਣੀ ਕਹਿੰਦੇ ਇਹ ਧਿਆਨ ਲਗਾਇਆ ਹੋਇਆ ਹੈ। ਸ੍ਰੀ ਗੁਰ ਕੋ ਰੁਖ ਜਾਨ ਤਬੈ। ਸਵੇਰੇ ਗੁਰੂ ਅੰਗਦ ਸਾਹਿਬ ਜੀ ਦਾ ਅੰਦਰਲਾ ਖਿਆਲ ਜਾ ਜਾਣਗੇ, ਰੁਖ ਸਮਝ ਗਏ। ਦਰ ਕੋ ਚਿਨ ਕੀਨੋ ਹੈ ਬੰਦ ਪਿਰਾਈ। ਮਾਤਾ ਸਵਰਾਈ ਜੀ ਨੇ ਦਰਵਾਜ਼ਾ ਚਿਣਕੇ ਬੰਦ ਕਰ ਦਿੱਤਾ। ਫੇਰ ਕਰਿਓ ਇੱਕ ਸਾਰ ਭਲੇ ਬਹੁ। ਫੇਰ ਕਰਿਓ ਇੱਕ ਸਾਰ ਭਲੇ, ਫਿਰ ਚੰਗੀ ਇੱਕ ਸਾਰ ਕਰ ਦਿੱਤਾ, ਇੱਕੋ ਜਿਹਾ ਕਰ ਦਿੱਤਾ ਹੈ। ਬਹੁ ਪੰਕ ਲਗਾਏ ਕੈ ਕੀਨ ਪਾਈ। ਬਹੁਤਾ ਗਾਰਾ ਜਾ ਲਾ ਕੇ ਉਹਨੂੰ ਲਿਪ ਦਿੱਤਾ, ਦਰਵਾਜ਼ੇ ਨੂੰ ਕਰ ਦਿੱਤਾ ਹੈ। ਕੋਈ ਨਾ ਜਾਣ ਸਕੈ ਦਰ ਕੋ। ਇਸ ਤਰ੍ਹਾਂ ਦਾ ਕਹਿੰਦੇ ਗਾਰਾ ਲਿਪ ਦਿੱਤਾ ਵੀ ਕੋਈ ਜਾਣ ਨਾ ਸਕੇ ਵੀ ਇੱਥੇ ਕੋਈ ਦਰਵਾਜ਼ਾ ਹੈ ਸੀ। ਇਸ ਭਾਂਤ ਕੀਓ ਜਿਮ ਸ੍ਰੀ ਗੁਰ ਪਾਈ। ਗੁਰੂ ਮਹਾਰਾਜ ਨੂੰ ਅਸੀਂ ਉਵੇਂ ਮਾਤਾ ਜੀ ਨੇ ਕਰ ਦਿੱਤਾ, ਦਰਵਾਜ਼ਾ ਜਾਂ ਚਿਣ ਕੇ ਉੱਪਰ ਗਾਰਾ। ਬੀਤ ਗਏ ਇਸ ਰੀਤ ਛਿਮਾਸ। ਇਸ ਤਰ੍ਹਾਂ ਕਹਿੰਦੇ ਗੁਰੂ ਅੰਗਦ ਸਾਹਿਬ ਮਹਾਰਾਜ ਨੂੰ ਕੋਠੜੀ ਦੇ ਵਿੱਚ ਬੈਠਿਆਂ ਕਹਿੰਦੇ 6 ਮਹੀਨੇ ਲੰਘ ਗਏ। ਅਲੋਪ ਭਏ ਨਹਿ ਕਾਹੂ ਲਖਾਈ। ਗੁਰੂ ਅੰਗਦ ਸਾਹਿਬ ਜੀ ਕੋ ਆ ਕੇ ਕਿਸੇ ਨੂੰ ਲਿਖਾਇਆ ਨਹੀਂ, ਜਾਣ ਨਹੀਂ ਸਕਿਆ ਹੈ। ਹੁਣ ਜਿਹੜਾ ਕੋਈ ਪੂਰਾ ਗੁਰੂ ਬਣਨਾ ਚਾਹੁੰਦਾ, ਪਹਿਲਾਂ 6 ਮਹੀਨੇ ਉਹਨੂੰ ਕੋਠੜੀ 'ਚ ਬੰਦ ਕਰਕੇ ਬਿਠਾਵੇ। ਜੇ ਤਾਂ ਰਹਿ ਗਿਆ ਜਿਉਂਦਾ ਫਿਰ ਤਾਂ ਮੰਨ ਲਓ, ਨਹੀਂ ਤਾਂ ਇੱਥੇ ਹੁਣ ਖੀਰਾ ਕਾੜ ਕੜਾਹ ਖਾ ਕੇ ਬੜੇ ਮੋਟੇ ਤਾਜੇ ਬਣ ਕੇ ਕਹਿੰਦੇ ਅਸੀਂ ਪੂਰੇ ਸਤਿਗੁਰੂ ਪਰਮ ਸੰਤ। ਇੱਥੇ 6 ਮਹੀਨੇ ਗੁਰੂ ਅੰਗਦ ਸਾਹਿਬ ਮਹਾਰਾਜ ਕੋਠੜੀ ਦਾ ਦਰਵਾਜ਼ਾ ਬੰਦ ਕੇ ਬੈਠ ਰਹੇ ਆ। ਸਮਾਧੀ ਵਿੱਚ ਧਨ ਹਨ ਬੁੱਢੇ ਆਦਿਕ ਜੇ ਗੁਰ ਕੇ ਸਿੱਖ। ਬਾਬਾ ਬੁੱਢਾ ਸਾਹਿਬ ਜੀ, ਭਾਈ ਪਗਾਰ ਸੀਰਤ ਜੀ, ਭਾਈ ਸੁਧਾਰਨ ਜੀ ਆਦਿਕ ਜਿਹੜੇ ਗੁਰੂ ਕੇ ਸਿੱਖ ਸਨ। ਹੋਤ ਭਏ ਇਕੱਠੇ ਸਮੁਦਾਏ। ਇੱਕ ਦਿਨ ਕੋ ਸਾਰੇ ਕਹਿੰਦੇ ਇੱਕ ਜਗ੍ਹਾ ਇਕੱਠੇ ਹੋ ਗਏ ਹਨ। ਸ੍ਰੀ ਗੁਰ ਨਾ ਆਵਤ। ਤਾਂ ਹੁਣ ਸੁਭਾਏ ਮਾਨ ਗੁਰੂ ਨਾਨਕ ਸਾਹਿਬ ਦੀ ਜਿਹੜੀ ਸ਼ਕਲ ਸੂਰਤ ਉਹ ਤਾਂ ਨਿਗਾਹ ਵਿੱਚ ਹੀ ਆਉਂਦੀ ਨਹੀਂ ਹੈ। ਸੋ ਪਟਕੰਤ ਹਿਰਦੇ ਮੁਰਝਾਏ। ਜਿਹੜੇ ਸਿੱਖ ਜਿਸ ਕਰਕੇ ਹਿਰਦੇ ਵਿੱਚ ਮੁਰਝਾਏ ਹੋਏ ਭਟਕਦੇ ਫਿਰ ਰਹੇ। ਕੀਨ ਵਿਚਾਰ ਭਬ। ਸਾਰੇ ਸਿਆਣਿਆਂ ਸਿੱਖਾਂ ਨੇ ਮਿਲ ਕੇ ਚੰਗੀ ਤਰ੍ਹਾਂ ਵਿਚਾਰ ਵਟਾਂਦਰਾ ਕੀਤਾ ਹੈ। ਆਪ ਗੁਰੂ ਬਹੁ ਬਾਰ ਬਤਾਏ। ਸਾਡੇ ਸਤਿਗੁਰਾਂ ਨੇ ਆਪ ਬਹੁਤ ਵਾਰੀ ਸਰੂਪ ਪਿਖੋ ਤਨ। ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਸੀ ਵੀ ਹੁਣ ਜਿਹੜਾ ਸਾਡਾ ਸਰੂਪ
ਸਾਹਿਬ ਜੀ ਨੂੰ ਵੇਖੋ, ਭੇਦ ਨਹੀਂ ਕਿਸੇ ਵਿੱਚ ਭੇਦ ਨਹੀਂ ਹੈ, ਕੋਈ ਫਰਕ ਨਹੀਂ। ਅਸੀਂ ਇੱਕੋ ਹੀ ਸਰੂਪ ਬਣਾ ਲਿਆ, ਇੱਕ ਰੂਪ ਹੋ ਗਏ। ਮੋਹ ਕਹੁ ਸੇਵਨ ਚਾਹਿਤ ਜੋ ਵੀ ਜਿਹੜਾ ਮੇਰੀ ਕੋਈ ਸੇਵਾ ਕਰਿਆ ਚਾਹੁੰਦਾ ਸਿੱਖ, ਗੁਰ ਅੰਗਦ ਸੇਵਾ ਪ੍ਰੇਮ ਕਰੇ। ਉਹ ਵੀ ਸਾਹਿਬ ਦੀ ਸੇਵਾ ਕਰੇ। ਬੁੱਢੇ ਕਹਿਓ ਨਿਜ ਥਾਨ ਸਥਾਪਿਓ ਹੈ। ਇਸ ਤਰ੍ਹਾਂ ਸਿੱਖਾਂ ਵਿੱਚ ਬੈਠਿਆ ਹੋਇਆ ਬਾਬਾ ਬੁੱਢਾ ਨੇ ਸਾਹਿਬ ਨੇ ਕਿਹਾ ਵੀ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਸਥਾਨ ਤੇ ਗੁਰੂ ਅੰਗਦ ਸਾਹਿਬ ਨੂੰ ਥਾਪਿਆ ਹੈ। ਤਾਹੇ ਸਰੀਰ ਮੈਂ ਆਪ ਬਰੇ। ਗੁਰੂ ਨਾਨਕ ਸਾਹਿਬ ਜੀ ਗੁਰੂ ਅੰਗਦ ਸਾਹਿਬ ਜੀ ਦੇ ਸਰੀਰ ਦੇ ਵਿੱਚ ਪ੍ਰਵੇਸ਼ ਹੋ ਗਏ, ਜੋਤ ਉਹਨਾਂ ਵਿੱਚ ਲੀਨ ਕਰ ਦਿੱਤੀ। ਖੋਜੋ ਕੌਣ ਸਥਾਨ ਹੈ। ਇਸ ਕਰਕੇ ਵੀ ਗੁਰੂ ਅੰਗਦ ਸਾਹਿਬ ਨੂੰ ਲੱਭੋ ਤੁਸੀਂ ਕਿਹੜੇ ਸਥਾਨ ਤੇ ਹਨ। ਸੁਣ ਕੇ ਸਿੱਖ ਕੇਤਿਕ ਗ੍ਰਾਮ ਫਿਰੇ। ਗੁਰੂ ਕੇ ਸਿੱਖ ਸੁਣ ਕੇ ਕਈ ਪਿੰਡਾਂ ਵਿੱਚ ਫਿਰੇ ਹੈ, ਜਾਣੀ ਇਧਰ ਹਰੀ ਕੇ ਨਾਗੇ ਦੀ ਸਰਾਂ, ਉਹ ਸਾਰੇ ਥਾਵਾਂ ਵਿੱਚ ਜਿੱਥੇ ਜਿੱਥੇ ਮਹਾਰਾਜ ਜਾਂਦੇ ਆਉਂਦੇ ਸੀ ਉੱਥੇ ਆਏ ਗਏ ਹਨ। ਪ੍ਰੇਮ ਤੇ ਚੌਪ ਵਧੀ ਹਿਤ ਹੇਰਨ। ਪ੍ਰੇਮ ਕਰਕੇ ਕਹਿੰਦੇ ਇੱਛਾ ਵਧੀ ਹੋਈ ਹੈ ਵੇਖਣ ਵਾਸਤੇ, ਦਰਸ਼ਨ ਕਰਨ ਵਾਸਤੇ। ਪ੍ਰੇਰਨ ਕੀਨ ਪ੍ਰਮੋਦ ਧਰੇ। ਇਸ ਤਰ੍ਹਾਂ ਕਹਿੰਦੇ ਬਾਬਾ ਬੁੱਢਾ ਜੀ ਨੇ ਪ੍ਰੇਰਨਾ ਕੀਤੀ ਹੋਈ ਹੈ ਤੇ ਬੜਾ ਪ੍ਰੇਮ ਕਰ ਰਹੇ ਹੈ। ਦੋਹਰਾ ਮਿਲ ਕਰ ਸਭਨ ਵਿਚਾਰਿਓ। ਧਾਰਨ ਕਰ ਰਹੇ ਵੀ ਮਹਾਰਾਜ ਦੇ ਦਰਸ਼ਨ ਕਰਾਂਗੇ ਲਵ ਕੇ, ਫਿਰ ਸਾਰਿਆਂ ਨੇ ਮਿਲ ਕਰਕੇ ਵਿਚਾਰਿਆ ਹੈ। ਗ੍ਰਾਮ ਖਡੂਰ ਮਝਾਰ। ਗੁਰੂ ਅੰਗਦ ਸਾਹਿਬ ਜੀ ਖਡੂਰ ਸਾਹਿਬ ਚ ਵਿਆਹੇ ਸਨ, ਜਿੱਥੇ ਉਹਨਾਂ ਦਾ ਸਹੁਰਾ ਘਰ ਹੈ ਖਡੂਰ ਸਾਹਿਬ। ਨਿਕਟ ਪਿਰਾਈ ਹੋਣਗੇ। ਆਪਣੀ ਸੱਸ ਤੇ ਮਾਤਾ ਵੀ ਉਹਨਾਂ ਦੀ ਸਵਰਾਈ ਉੱਥੇ ਰਹਿੰਦੀ, ਉੱਥੇ ਸਵਰਾਈ ਕੋਲ ਅਪਰ ਨ ਸੁਨੀਤਾਰ। ਨਹੀਂ ਸਵਈਆ ਬੁੱਢੇ ਤੇ ਆਦਿਕ ਜੇ ਸਮੁਦਾਏ। ਬਾਬਾ ਬੁੱਢਾ ਸਾਹਿਬ ਤੋਂ ਆ ਲੈ ਕੇ ਜਿੰਨੇ ਸਮੂਹ ਗੁਰੂ ਕੇ ਸਿੱਖ ਸਨ, ਗਏ ਸਭ ਸਿੱਖ ਖਡੂਰ ਮਝਾਰੀ। ਸਾਰੇ ਚੱਲਦੇ ਹੋਏ ਜਿੰਨੇ ਗੁਰੂ ਕੇ ਸਿੱਖ ਖਡੂਰ ਸਾਹਿਬ ਵਿੱਚ ਚਲੇ ਗਏ। ਮਾਈ ਪਿਰਾਈ ਕੇ ਪਾਸ ਮਿਲੇ। ਸਵੇਰੇ ਜਿਹੜੀ ਮਾਤਾ ਸਵਰਾਈ ਜਾਂ ਭਰਾਈ ਸੱਸ ਉਹਦੇ ਚ ਪਾਸ ਜਾ ਮਿਲੇ। ਸਗਰੇ ਕਰ ਜੋਰ ਨਮੋ ਪਗ ਧਾਰੀ। ਸਾਰਿਆਂ ਨੇ ਗੁਰੂ ਕੀ ਮਾਤਾ ਜਾਣ ਕਰਕੇ ਦੋਵੇਂ ਹੱਥ ਜੋੜ ਕੇ ਚਰਨਾਂ ਦੀ ਸੀਸ ਲਾਏ। ਬੂਜਨ ਕੀਨ ਕਹਾ ਗੁਰ ਅੰਗਦ। ਮਾਤਾ ਸਵਰਾਈ ਤੋਂ ਪੁੱਛਣਾ ਕੀਤਾ ਵੀ ਗੁਰੂ ਅੰਗਦ ਸਾਹਿਬ ਜੀ ਕਿੱਥੇ ਹਨ। ਫੇਰਨ ਕੇ ਹਿਤ ਚਾਹੇ ਹਮਾਰੀ। ਕਿਉਂਕਿ ਉਹ ਗੁਰੂ ਅੰਗਦ ਸਾਹਿਬ ਦੇ ਦਰਸ਼ਨ ਦੇਖਣ ਵਾਸਤੇ ਸਾਡੇ ਚਿੱਤ ਵਿੱਚ ਆਣਾ ਹੈ। ਹੋਇਆ ਸਫਲੋ ਸਭ ਕੋ ਇਤ ਆਵਨ। ਇਸ ਕਰਕੇ ਮਾਤਾ ਜੀ ਇਹ ਸਾਰੇ ਗੁਰਸਿੱਖਾਂ ਦਾ ਇੱਥੇ ਆਉਣਾ ਸਫਲ ਹੋ ਜਾਏ। ਪਾਵਨ ਪਾਵਨ ਲੇਹ ਨਿਹਾਰੀ। ਜੋ ਗੁਰੂ ਅੰਗਦ ਸਾਹਿਬ ਦੇ ਪਵਿੱਤਰ ਚਰਨ ਹੈ ਉਹਨਾਂ ਦੇ ਦਰਸ਼ਨ ਕਰ ਲਈਏ, ਮੱਥਾ ਟੇਕ ਲਈਏ। ਸੁਰਾਨ ਸੁਨੇ ਸਭ ਕੇ ਬਚਨਾ। ਮਾਤਾ ਸਵਰਾਈ ਜੀ ਨੇ ਬਾਬਾ ਬੁੱਢਾ ਸਾਹਿਬ ਤੋਂ ਲੈ ਕੇ ਸਾਰੇ ਸਿੱਖਾਂ ਦੇ ਬਚਨਾਂ ਨੂੰ ਕੰਨਾਂ ਵਿੱਚ ਸੁਣਿਆ, ਜਾਨੀ ਧਿਆਨ ਨਾਲ ਸੁਣਿਆ। ਨਹਿ ਬਾਕ ਕਹਿਓ ਤਿਨ ਸੰਗ ਪਿਰਾਈ। ਉਹਨਾਂ ਸਿੱਖਾਂ ਦੇ ਸਾਥ ਮਾਤਾ ਸਵਰਾਈ ਜੀ ਨੇ ਕੋਈ ਬਚਨ ਨਹੀਂ ਕਿਹਾ, ਕੋਈ ਜਵਾਬ ਨਹੀਂ ਦਿੱਤਾ ਹੈ। ਮੌਨ ਕਰੇ ਮੁਖ ਬੈਠ ਰਹੀ। ਮੁਖੋਂ ਕਹਿੰਦੇ ਚੁੱਪ ਜਾ ਧਾਰਨ ਕਰਕੇ ਬੈਠ ਰਹੀ ਹੈ। ਵਿੱਚ ਭਾਨ ਥਿਰੇ ਸਿੱਖ ਜੇ ਸਮੁਦਾਈ। ਜਿੰਨੇ ਸਮੂਹ ਗੁਰੂ ਕੇ ਸਿੱਖ ਹੈ ਉਹ ਘਰ ਦੇ ਵਿੱਚ ਟਿਕੇ ਹੋਏ। ਜਾਨ ਗਏ ਮਨ ਮਾਹਿ ਤਬੈ। ਬਾਬਾ ਬੁੱਢਾ ਸਾਹਿਬ ਭਾਈ ਸੁਧਾਰਨ ਫਕੀਰ ਸਾਰੇ ਸਿਆਣੇ ਗੁਰਸਿੱਖੀ ਸਾਰੇ ਆਪੋ ਆਪਣੇ ਹਿਰਦਿਆਂ ਵਿੱਚ ਜਾਣ ਗਏ। ਗੁਰ ਅੰਗਦ ਜੀ ਕਿਤ ਹੈ ਇਸ ਥਾਈ। ਗੁਰੂ ਅੰਗਦ ਸਾਹਿਬ ਮਹਾਰਾਜ ਜੀ ਇਸ ਥਾਂ ਤੇ ਹੀ ਹੈ ਕਿਤੇ। ਫੇਰ ਕਰੀ ਬਿਨਤੀ ਕਰ ਜੋਰ ਕੈ। ਇਸ ਤਰ੍ਹਾਂ ਜਾਣ ਕੇ ਫਿਰ ਮਾਤਾ ਜੀ ਦੇ ਕੋਲ ਬੇਨਤੀ ਕਰ ਦਿੱਤੀ ਹੱਥ ਜੋੜ ਕੇ। ਮਾਈ ਜੀ ਗੁਰ ਦੇਹ ਬਤਾਈ। ਮਾਤਾ ਜੀ ਗੁਰੂ ਅੰਗਦ ਸਾਹਿਬ ਜੀ ਕਿੱਥੇ ਹਨ ਸਾਨੂੰ ਦੱਸ ਦੇਵੋ। ਬੈਨ ਕਹਿਓ ਨਹਿ ਭੈ ਕਰਕੇ। ਗੁਰੂ ਅੰਗਦ ਸਾਹਿਬ ਜੀ ਦਾ ਭੈ ਕਰਕੇ
ਮਾਤਾ ਜੀ ਨੇ ਕੋਈ ਬਚਨ ਨਹੀਂ ਕੀਤਾ, ਕੋਈ ਜਵਾਬ ਨਹੀਂ ਦਿੱਤਾ। ਸਭ ਹੋ ਮਿਲ ਬਾਤ ਵਿਚਾਰਨ ਠਾਨੀ। ਸਾਰੇ ਗੁਰਸਿੱਖਾਂ ਨੇ ਮਿਲ ਜੁਲ ਕੇ ਜਿਹੜੀ ਗੱਲਬਾਤ ਵਿਚਾਰ ਲਈ ਹੈ। ਸ੍ਰੀ ਗੁਰ ਅੰਗਦ ਕੀ ਬਰਜੀ। ਇਹ ਮਾਤਾ ਜੀ ਇਸ ਕਰਕੇ ਨਹੀਂ ਰਾਹ ਦਿੱਤੀ, ਕੋਈ ਬੋਲਦੀ ਨਹੀਂ ਵੀ ਗੁਰੂ ਅੰਗਦ ਸਾਹਿਬ ਜੀ ਨੇ ਇਹਨਾਂ ਨੂੰ ਰੋਕਿਆ ਹੋਊਗਾ ਵੀ ਤੂੰ ਦੱਸਣਾ ਨਹੀਂ ਕਿਸੇ ਨੂੰ। ਮਰਜੀ ਬਿਨ ਕਿਉਂ ਸੋ ਬਤਾਏ ਨਿਸ਼ਾਨੀ। ਇਸ ਕਰਕੇ ਵੀ ਮਹਾਰਾਜ ਦੀ ਮਰਜ਼ੀ ਤੋਂ ਬਗੈਰ ਤੇ ਮਹਾਰਾਜ ਦੇ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਵੀ ਸਾਨੂੰ ਜਿੱਥੇ ਵੀ ਮਰਜ਼ੀ ਹੋਈ ਹੈ ਤੂੰ ਸਾਨੂੰ ਜਾਣ ਪਛਾਣ ਲਏਗਾ, ਸਮਝ ਲਏਗਾ। ਸਵੇਰੇ ਉੱਠ ਕੇ ਇੱਧਰ ਉੱਧਰ ਫਿਰਨਾ ਕੀਤਾ ਹੈ। ਕੋਠੜੀ ਦੇਖ ਚਾਹੂੰ ਦਿਸ ਜਾਣੀ। ਆ ਜਿਹੜੀ ਉਹ ਕੋਠੜੀ ਜੀ ਹੈ ਉਹ ਦੇਖ ਕੇ ਚਾਰੇ ਤਰਫ ਤੋਂ ਜਾਣਿਆ ਹੈ। ਬੰਦ ਇਹੀ ਦਰ ਜਾਣਿਓ ਪਰ ਬਾਕੀ ਜਿਹੜੇ ਮਕਾਨ ਹੈ ਉਹਨਾਂ ਦੇ ਕਮਰਿਆਂ ਦੇ ਦਰਵਾਜ਼ੇ ਖੁੱਲੇ ਆ, ਜਿਹੜੀ ਕੋਠੜੀ ਜੀ ਦਾ ਦਰਵਾਜ਼ਾ ਜਾਂ ਬੰਦ ਪਿਆ ਲੱਗਦਾ ਹੈ। ਗੁਰ ਹੋਏ ਤਾਂ ਹੋਏ ਥਿਰੇ ਇਸ ਥਾਨੀ। ਜੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਹੋਣਗੇ ਤਾਂ ਇਸੇ ਸ਼ਾਂਤੀ ਟਿਕੇ ਹੋਣਗੇ। ਫੇਰ ਮਿਲੇ ਸਭ ਕੋ ਨਿਰਣੇ ਕਰ। ਬਾਬਾ ਬੁੱਢਾ ਸਾਹਿਬ ਨਾਲ ਸਿੱਖ ਮਿਲ ਗਏ, ਚੰਗੀ ਤਰ੍ਹਾਂ ਨਿਰਣਾ ਕਰ ਲਿਆ ਹੈ ਨਿਸ਼ਚੇ ਇਸ ਕੋਠੜੀ ਮਾਹੀ। ਬਾਬਾ ਬੁੱਢਾ ਸਾਹਿਬ ਨਿਸ਼ਚੇ ਵਾਲੀ ਗੱਲ ਹੈ, ਭਰੋਸੇ ਯਕੀਨ ਵਾਲੀ ਗੱਲ ਹੈ। ਜੇ ਮਹਾਰਾਜ ਗੰਗਾ ਸਾਹਿਬ ਜੀ ਤਾਂ ਇੱਕ ਕੋਠੜੀ ਵਿੱਚ ਹੀ ਹੈ। ਬੰਧਨ ਠਾਨ ਭਨੀ ਬਿਨਤੀ। ਸਾਰੇ ਗੁਰਸਿੱਖਾਂ ਨੇ ਨਮਸਕਾਰ ਕਰਕੇ ਤੇ ਫਿਰ ਬੇਨਤੀ ਕਹੀ ਹੈ। ਮਮ ਨਾਮ ਬੁੱਢਾ ਲਖ ਆਇਓ ਇਹਾਹੀ। ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ, ਹੇ ਗੁਰੂ ਅੰਗਦ ਸਾਹਿਬ ਜੀ ਮੇਰਾ ਨਾਮ ਪਹਿਲਾਂ ਤਾਂ ਬੁੱਢਾ ਸੀ ਤੇ ਗੁਰੂ ਨਾਨਕ ਸਾਹਿਬ ਨੇ ਬਾਬਾ ਬੁੱਢਾ ਕਹਿ ਦਿੱਤਾ, ਮੈਂ ਇਸ ਕਰਕੇ ਜਾਣ ਕੇ ਇੱਥੇ ਆਇਆ। ਸ੍ਰੀ ਗੁਰੂ ਨਾਨਕ ਦੀਨ ਮੁਝੈ ਬਰ। ਕਿਉਂਕਿ ਗੁਰੂ ਨਾਨਕ ਸਾਹਿਬ ਜੀ ਨੇ ਖੁਸ਼ ਹੋ ਕੇ ਮੈਨੂੰ ਇਹ ਬਰੂ ਬਚਨ ਦਿੱਤਾ ਹੋਇਆ। ਮੈਂ ਜਾਹਿ ਹੋਇਓ ਹੋਵਾਂ ਪਛਾਨੈ ਤਹਾਹੀ। ਇਹ ਬਾਬਾ ਬੁੱਢਾ ਸਾਹਿਬ ਮੈਂ ਵੀ ਜਿੱਥੇ ਮੈਂ ਜਿਸ ਥਾਂ ਵੀ ਹੋਵਾਂਗਾ ਤੂੰ ਉੱਥੇ ਪਛਾਣ ਲਗੇ, ਸਮਝ ਲਏਗਾ। ਸੰਗਤ ਮੇਰੀ ਸਦੀਵ ਕਰੋ। ਕਿਉਂਕਿ ਬਾਬਾ ਬੁੱਢਾ ਸਾਹਿਬ ਤੂੰ ਸਾਡੀ ਹਮੇਸ਼ਾ ਸੰਗਤ ਕਰਦਾ ਹੈ। ਜੇਈ ਰੂਪ ਧਰੋ ਗੁਪਤਾ ਤਵ ਨਾਹੀ। ਜਿਹੜਾ ਵੀ ਅਸੀਂ ਸਰੂਪ ਧਾਰਨ ਕਰਾਂਗੇ ਤੈਥੋਂ ਨਹੀਂ ਗੁਪਤ ਰਹੇਗਾ। ਆਪ ਅਲੋਪ ਭਏ ਜਬ ਤੇ। ਇਸ ਕਰਕੇ ਗੁਰੂ ਅੰਗਦ ਸਾਹਿਬ ਜੀ ਹੁਣ ਗੁਰੂ ਨਾਨਕ ਸਰੂਪ ਤੁਸੀਂ ਹੋ, ਆਪ ਜਦੋਂ ਦੇ ਇੱਥੇ ਆ ਕੇ ਅਲੋਪ ਹੋ ਗਏ ਹੋ। ਤਬ ਤੇ ਬਹੁ ਵਿਆਕੁਲ ਦੇਖੇ ਬਿਨਾ। ਹਾਂ ਹਮਾਰਾ ਆਪ ਦੇ ਦਰਸ਼ਨਦਾਰ ਦੇਖੇ ਤੇ ਗੁਰਸਿੱਖ ਬਹੁਤ ਵਿਆਕੁਲ ਹੋ ਰਹੇ। ਆਨ ਭਏ ਤੁਮ ਗੋਪ ਇਹਾਂ। ਸ੍ਰੀ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਕਰਤਾਰਪੁਰ ਵਿੱਚ ਆ ਕੋ ਇੱਥੇ ਅਲੋਪ ਗਏ ਹੋ। ਕਿਤ ਸੰਗਤ ਜਾਏ ਅਧੀਰ ਮਨਾ। ਮਹਾਰਾਜ ਗੁਰੂ ਨਾਨਕ ਦੀ ਸੰਗਤ ਕਿਧਰ ਨੂੰ ਜਾਵੇ, ਧੀਰ ਤੋਂ ਰਹਿਤ ਹੋ ਰਹੀ ਹੈ ਮਨ ਵਿੱਚ। ਖੋਜ ਫਿਰੇ ਬਹੁ ਚਿੰਤ ਕਰੇ। ਚਿੰਤਾ ਕਰਕੇ ਬੜੇ ਥਾਵਾਂ ਤੇ ਖੋਜਦੇ ਲੱਭਦੇ ਫਿਰੇ। ਨਹਿ ਦੇਖਤ ਭੇ ਕਿਸ ਥਾਨ ਜਨਾ। ਹਾਂ ਮਹਾਰਾਜ ਜਿਹੜੇ ਆਪ ਦੇ ਦਾਸ ਹੈ, ਕਿਸੇ ਥਾਂ ਵੀ ਦੇਖ ਕੇ ਜਾਣਿਆ ਨਹੀਂ, ਸਮਝ ਨਹੀਂ ਸਕੇ। ਆਵਹ ਬਾਹਿਰ ਰੂਪ ਦਿਖਾਵਹ। ਇਸ ਕਰਕੇ ਗੁਰੂ ਨਾਨਕ ਸਾਹਿਬ ਦੇ ਗੁਰੂ ਅੰਗਦ ਸਾਹਿਬ ਸਰੂਪ ਆਓ ਬਾਹਰ ਦਰਸ਼ਨ ਦਿਖਾਓ। ਸੇਵਹਿ ਸਿੱਖ ਆਨੰਦ ਕਨਾ। ਹਾਂ ਜਿਸ ਕਰਕੇ ਮਹਾਰਾਜ ਸੇਵਕ ਸਿੱਖ ਆਪਦੀ ਸੇਵਾ ਕਰਨ ਤੇ ਬੜਾ ਆਨੰਦ ਹੋਵੇ। ਨਾਨਕ ਯੋਂ ਕਹਿ ਬੁੱਢੇ ਨੇ ਆਪਣੇ ਹੱਥ। ਇਸ ਤਰ੍ਹਾਂ ਅਰਦਾਸ ਬੇਨਤੀ ਦੇ ਲਫ਼ਜ਼ ਕਹਿ ਕੇ ਬਾਬਾ ਬੁੱਢਾ ਸਾਹਿਬ ਜੀ ਆਪਣੇ ਹੱਥਾਂ ਨਾਲ ਉਖਾੜ ਚਿਨਿਓ ਦਰ ਖੋਲਣ ਕੀਨਾ। ਜਿਹੜਾ ਦਰਵਾਜ਼ਾ ਜਾਂ ਚਿੜਿਆ ਸੀ ਉਹਨੂੰ ਕਹਿੰਦੇ ਉਖਾੜ ਕੇ ਖੋਲ ਲੈਣਾ ਕੀਤਾ। ਬੈਠ ਸਮਾਦ ਅਗਾਧ ਕਰੇ। ਕੀ ਦੇਖਿਆ ਗੁਰੂ ਅੰਗਦ ਸਾਹਿਬ ਜੀ ਬੈਠ ਕੇ ਅਗਾਧ ਸਰੂਪ ਵਿੱਚ ਸਮਾਧੀ ਲਾ ਰਹੇ ਹੈ। ਕਵਲਾਸਨ ਕਵਲਾਸ ਕੇ ऊपर सोम्ब असीना। कमलास के ऊपर जो है वो कैलाश पर्वत उपर कहने शिव जी समाधि ला के बैठा हुंदा है। ਉਹ ਗੁਰੂ ਅੰਗਦ ਸਾਹਿਬ ਜੀ ਦਿਸੇ ਹਨ। ਸਾਤ ਬ੍ਰਿਤੀ ਸਮੁਦਾਇ ਰਖੀਕ। ਹਾਂ ਵਰਤੀ ਮਨ ਦੀ ਸ਼ਾਂਤ ਹੋਈ ਹੈ, ਜਿੰਨੀਆਂ ਇੰਦਰੀਆਂ ਟਿਕੀਆਂ ਹੋਈਆਂ। ਅਚੰਚਲ ਹੈ ਇੱਕ ਰੂਪ ਬਹੀ ਬਲੀਨਾ। ਇੰਦਰੀ ਨਾ ਦੇਖ ਰਹੀ ਹੈ ਨਾ ਸੁਣ ਰਹੀ ਹੈ, ਕੋਈ ਕਿਰਿਆ ਨਹੀਂ, ਚੰਚਲ ਬੈਠੀ ਹੈ, ਸੋਹਣੇ ਸੇ ਚੰਚਲ ਹੈ। ਚੰਚਲ ਹੈ ਇੱਕ ਰੂਪ ਬਲੀਨਾ। ਹਾਂ ਇਸ ਤਰ੍ਹਾਂ ਇੱਕੋ ਰੂਪ ਦੇ ਵਿੱਚ ਲੀਨ ਹੋ ਰਹੀਆਂ।
ਫੇਰ ਸਭੈ ਇੱਕ ਜੋਰ ਖਰੇ। ਉਸ ਵੇਲੇ ਇਸ ਤਰ੍ਹਾਂ ਮਹਾਰਾਜ ਦਾ ਸਰੂਪ ਦੇਖ ਕੇ ਸਾਰੇ ਕਹਿੰਦੇ ਹੱਥ ਜੋੜ ਕੇ ਖੜੋਤੇ ਹੋਏ। ਅਬ ਬੰਦਨ ਠਾਨ ਹੈ ਹੋਏ ਪ੍ਰਸੀਨਾ। ਹਿਰਦੇ ਦੇ ਨਾਲ ਸ਼ਬਦਾਂ ਨਾਲ ਨਮਸਕਾਰਾਂ ਕਰ ਰਹੇ ਹੈ ਤੇ ਵੀ ਦਰਸ਼ਨ ਕਰ ਰਹੇ ਹੈ। ਨਾਹਿ ਸਮਾਦ ਅਗਾਧ ਛੁੱਟੀ। ਪ੍ਰਸੰਨ ਹੋ ਰਹੇ ਹੈ, ਪਰ ਫੇਰ ਵੀ ਗੁਰੂ ਅੰਗਦ ਸਾਹਿਬ ਦੀ ਐਸੀ ਅਗਾਧ ਡੂੰਘੀ ਸਮਾਧੀ ਲੱਗੀ ਹੈ, ਖੁੱਲ ਨਹੀਂ ਸਕੀ ਹੈ। ਉਨ ਮਾਈ ਪਿਰਾਈ ਕੇ ਸਾਥ ਕਹੈ। ਫਿਰ ਮਾਤਾ ਸੁਭਰਾਈ ਦੇ ਸਾਥ ਉਸੇ ਕਹਿਣ ਲੱਗੇ ਹੈ, ਆਪ ਕਹੋ ਜਿਮ ਬਾਹਰ ਆਵੈ। ਮਾਤਾ ਜੀ ਆਪ ਤੁਸੀਂ ਕਹੋ ਜਿਵੇਂ ਗੁਰੂ ਅੰਗਦ ਸਾਹਿਬ ਜੀ ਬਾਹਰ ਆ ਜਾਣ। ਦੀਨ ਦਿਆਲ ਕੀ ਬਾਨ ਹੈ। ਕਿਰਪਾ ਤੇ ਦਿਆਲਤਾ ਕਰਨ ਵਾਲੀ ਜਿਨ੍ਹਾਂ ਦੀ ਬਾਣ ਹੈ, ਸੁਭਾਅ ਹੈ। ਕੀਨ ਸਭੈ ਬਿਨਤੀ ਕਰ ਜੋਰ। ਮਾਤਾ ਜੀ ਨਾਲ ਮਿਲ ਕਰਕੇ ਸਾਰਿਆਂ ਗੁਰਸਿੱਖਾਂ ਨੇ ਹੱਥ ਜੋੜ ਕੇ ਬੇਨਤੀਆਂ ਕੀਤੀਆਂ। ਕਰੋ ਕਰਨਾ ਗਨ ਸਿੱਖਿਆ ਚਾਹੇ। ਵੀਰੇ ਦਰਸ਼ਨ ਕਰਿਆ ਚਾਹੁੰਦਾ। ਆਸਨ ਆਸਨ ਬਾਗ ਸਿੰਘ ਬੈਠ ਕੇ ਦੇਵ ਦਿਦਾਰ ਕਲੂਖ ਦਹੈ। ਸਾਨੂੰ ਦਰਸ਼ਨਦਾਰ ਦੇਵੋ ਜਿਹੜੇ ਦੁੱਖ ਪਾਪ ਹੈ ਦਗਧ ਹੋ ਜਾਣ। ਦਾਸ ਉਦਾਹਰਨ ਕੋ ਇਸ ਕਾਰਨ। ਕਿਉਂਕਿ ਦਾਸਾਂ ਉਧਾਰ ਕਰਨ ਵਾਸਤੇ ਇਸੇ ਕਾਰਨ ਕਰਕੇ ਆਪ ਗੁਰੂ ਨੇ ਦਈ ਗੁਰ ਗਾਦੀ। ਨਾਨਕ ਸਾਹਿਬ ਆਪ ਜੀ ਨੇ ਗੁਰੂ ਨਾਨਕ ਸਾਹਿਬ ਨੇ ਆਪ ਹੀ ਤੁਹਾਨੂੰ ਗੁਰਤਾ ਗੱਦੀ ਬਖਸ਼ੀ ਹੈ। ਸੋ ਅਬ ਕਾਰਜ ਕਿਉਂ ਨਾ ਕਰੋ। ਜੋ ਗੁਰੂ ਅੰਗਦ ਸਾਹਿਬ ਜੀ ਤੁਹਾਨੂੰ ਆਗਿਆ ਕੀਤੀ ਹੈ ਦਾਸਾਂ ਦੇ ਆਧਾਰ ਦਾ, ਉਹ ਕੰਮ ਤੁਸੀਂ ਕਿਉਂ ਨਹੀਂ ਕਰਦੇ ਹੋ। ਪਰਮਾਰਥ ਕੇ ਹਿਤ ਸਿੱਖਿਆ ਆਬਾਦੀ। ਗਿਆਨ ਬ੍ਰਹਮ ਗਿਆਨ ਬਖਸ਼ਣ ਵਾਸਤੇ, ਸਿੱਖਾਂ ਦੀ ਆਬਾਦੀ ਪ੍ਰਫੁੱਲਤਾ ਕਰਨ ਵਾਸਤੇ, ਹਿਰਦਿਆਂ ਨੂੰ ਖਿਡਾਉਣ ਵਾਸਤੇ। ਦਾਸਨ ਕੋ ਉਪਦੇਸ਼ ਬਤਾਵੋ। ਇਸ ਕਰਕੇ ਮਹਾਰਾਜ ਨੇ ਅਸੀਂ ਦਾਸ ਆਏ ਹਾਂ, ਬਾਹਰ ਆ ਕੇ ਸਾਨੂੰ ਉਪਦੇਸ਼ ਦੇਣਾ ਦੱਸੋ। ਨਾਮ ਪਾਵੋ ਜੇ ਦੇਸ਼ ਪੱਕੇ ਨਾਮ ਜਪਾਓ। ਸੰਗਤ ਬੈਠ ਕੇ ਹੋਏ ਕਰ ਮੰਗਲ ਸਾਥ। ਇਸ ਤਰ੍ਹਾਂ ਮਹਾਰਾਜ ਸਥਿਤ ਹੋ ਕੇ ਮੰਗਲਾਚਾਰ ਖੁਸ਼ੀਆਂ ਬਖਸ਼ਣਾ ਕਰੀਏ। ਦਾਸਨ ਕੀ ਬਿਨਤੀ ਸੁਣ ਕੇ। ਉਸ ਵੇਲੇ ਸਾਰੇ ਗੁਰਸਿੱਖ ਸਿੱਖ ਸੇਵਕਾਂ ਦੀਆਂ ਬੇਨਤੀਆਂ ਨੂੰ ਸੁਣ ਕੇ ਗਿਣਤੀ ਤਜ ਆਨ ਸੋ ਬਾਹਰ ਆਏ। ਗਿਣਤੀ ਵਿਚਾਰ ਸੀ ਛੱਡ ਕੇ ਗੁਰੂ ਅੰਗਦ ਸਾਹਿਬ ਜੀ ਉਹ ਕੋਠੜੀ ਤੋਂ ਬਾਹਰ ਆ ਗਏ। ਪੀਤ ਹੈ ਰੰਗ ਸੋ ਦੁਬਰੇ ਅੰਗ। ਜਿਹੜਾ ਸਰੀਰ ਦਾ ਰੰਗ ਹੈ ਪੀੜਾ ਹੋਇਆ ਹੋਇਆ ਤੇ ਸਰੀਰ ਦੇ ਜਿਹੜੇ ਅੰਗ ਤੰਗ ਹੈ ਸਾਰੇ ਦੁਬਲੇ ਜੇ ਕਮਜ਼ੋਰ ਹੋਏ ਲਿੱਸੇ ਹੋਏ ਪਏ। ਉਮੰਗ ਮਹਾ ਗੁਰ ਜਿਉ ਦਰਸਾਏ। ਇਸ ਤਰ੍ਹਾਂ ਕਹਿੰਦੇ ਫੇਰ ਵੀ ਬੜਾ ਭਾਰੀ ਉਤਸ਼ਾਹ ਗੁਰਸਿੱਖਾਂ ਦੇ ਅੰਦਰ ਜਦੋਂ ਦਰਸ਼ਨ ਕੀਤੇ ਹਨ। ਦੇਖਤ ਭੇਤ ਦਾਸਨ ਕੋ। ਉਸ ਵੇਲੇ ਗੁਰੂ ਅੰਗਦ ਸਾਹਿਬ ਜੀ ਨੇ ਉਹਨਾਂ ਦਾਸਾਂ ਨੂੰ ਦੇਖਣਾ ਕੀਤਾ ਹੈ। ਗੁਰੂ ਨਾਨਕ ਪਾਸ ਜੋ ਥੇ ਸਮੁਦਾਏ। ਸਮੂਹ ਗੁਰੂ ਨਾਨਕ ਸਾਹਿਬ ਜੀ ਦੇ ਪਾਸ ਰਹਿੰਦੇ ਸੀ। ਕਰਤਾਰਪੁਰ ਸਾਹਿਬ ਭਾਈ ਫਕੀਰ ਸਧਾਰਨ ਬਾਬਾ ਬੁੱਢਾ ਸਾਹਿਬ ਵਰਗੇ। ਪ੍ਰੇਮ ਪਰਵਾਹ ਬਦਿਓ ਉਰ ਮੈਂ। ਉਸ ਵੇਲੇ ਗੁਰੂ ਅੰਗਦ ਸਾਹਿਬ ਜੀ ਨੇ ਉਹ ਗੁਰੂ ਨਾਨਕ ਸਾਹਿਬ ਦੇ ਪ੍ਰਾਤਨ ਸਿਆਣਾ ਗੁਰਸਿੱਖਾਂ ਨੂੰ ਦੇਖ ਕੇ ਹਿਰਦੇ ਵਿੱਚ ਪ੍ਰੇਮ ਦਾ ਪ੍ਰਵਾਹ ਵੱਧ ਗਿਆ। ਉਚਰਿਓ ਤਬ ਅਲੇਕ ਸ਼ਲੋਕ ਬਣਾਏ। ਉਸ ਵੇਲੇ ਬਨਾਸ ਵਾਰ ਕੇ ਆਪਣੇ ਮੁਖ ਤੋਂ ਇੱਕ ਪਹਿਲਾ ਸ਼ਲੋਕ ਉਚਾਰਨ ਕੀਤਾ। ਇਹ ਪਹਿਲੇ ਦਿਨ ਦਾ ਉਪਦੇਸ਼ ਹੈ ਗੁਰੂ ਅੰਗਦ ਸਾਹਿਬ ਜੀ। ਸ੍ਰੀ ਮੁਖ ਵਾਕ ਮਹੱਲਾ ਦੂਜਾ ਜਿਸ ਪਿਆਰੇ ਸਿਓ ਨੇਹੋ। ਸੰਬੋਧਨ ਕਰਕੇ ਕਹਿੰਦੇ ਆ ਜਿਸ ਗੁਰੂ ਨਾਨਕ ਸਾਹਿਬ ਪਿਆਰੇ ਨਾਲ ਸਾਡਾ ਸਾਰਿਆਂ ਦਾ ਪ੍ਰੇਮ ਸੀ। ਤਿਸ ਆਗੈ ਮਰ ਚੱਲੀਐ। ਆਪਣੇ ਸੰਬੰਧ ਵਿੱਚ ਕਹਿੰਦੇ ਆ ਗੁਰੂ ਨਾਨਕ ਸਾਹਿਬ ਜੀ ਸੱਚ ਜਾਣ ਤੋਂ ਪਹਿਲਾਂ ਸਾਨੂੰ ਇਸ ਸੰਸਾਰ ਤੋਂ ਮਰ ਕੇ ਚਲੇ ਜਾਣਾ ਚਾਹੀਦਾ ਸੀ। ਤ੍ਰਿਗ ਜੀਵਨ ਸੰਸਾਰ। ਸੰਸਾਰ ਦੇ ਵਿੱਚ ਜੀਵਨਾ ਇਹ ਤਾਂ ਤਰਕਾਰ ਜੋਗੀ ਹੈ। ਤਾਂ ਕੈ ਪਾਛੈ ਜੀਵਨਾ। ਨਾਨਕ ਸਾਹਿਬ ਦੇ ਬਾਲ ਵਿੱਚ ਕਹਿੰਦੇ ਜਿਹੜਾ ਸੰਸਾਰ ਦੇ ਵਿੱਚ ਜਿਉਣਾ ਉਹ ਜਿਉਣੇ ਨੂੰ ਤਰਕਾਰ ਹੈ।
ਇਹ ਸਤਿਗੁਰੂ ਨਾਲ ਸਾਡਾ ਪ੍ਰੇਮ ਸੀ, ਉਹਨਾਂ ਤੋਂ ਸਾਨੂੰ ਸ੍ਰੀ ਛੱਡ ਕੇ ਪਹਿਲੇ ਚਲੇ ਜਾਣਾ ਚਾਹੀਦਾ ਸੀ। ਸਵਈਆ ਸ੍ਰੀ ਮੁਖ ਤੇ ਇਮ ਬੋਲ ਪ੍ਰਭੂ। ਇਸ ਤਰ੍ਹਾਂ ਪਰਮੇਸ਼ਰ ਗੁਰੂ ਅੰਗਦ ਸਾਹਿਬ ਜੀ ਨੇ ਮੁੱਖੋਂ ਇਹ ਬਾਣੀ ਦਾ ਸ਼ਲੋਕ ਬੋਲ ਕੇ ਸਭ ਬੀਚ ਗੁਰੂ ਤਬ ਬੈਠ ਗਏ। ਸਾਰਿਆਂ ਗੁਰਸਿੱਖਾਂ ਦੇ ਵਿੱਚ ਗੁਰੂ ਅੰਗਦ ਸਾਹਿਬ ਜੀ ਤਦੋਂ ਬੈਠ ਗਏ। ਜੇ ਸਿੱਖ ਹੈ ਸਮੁਦਾਇ ਤਹਾਂ, ਉੱਥੇ ਜਿਹੜੇ ਸਮੂਹ ਸਿੱਖ ਆਏ ਬੇਅੰਤ ਤਿਨ ਦੇ ਦਰਸ਼ਨ ਪ੍ਰਸੰਨ ਕਏ। ਉਹਨਾਂ ਸਾਰਿਆਂ ਨੂੰ ਦਰਸ਼ਨ ਦੇ ਕੇ ਮਹਾਰਾਜ ਨੇ ਪ੍ਰਸੰਨ ਕਰ ਦਿੱਤਾ। ਧੀਰਜ ਦੀਨ ਭਜੋ ਸਤਿਨਾਮ। ਸਾਰਿਆਂ ਗੁਰਸਿੱਖਾਂ ਨੂੰ ਧੀਰਜ ਹੌਸਲਾ ਦਿੱਤਾ ਵੀ ਤਕੜੇ ਹੋ ਕੇ ਸਤਿਨਾਮ ਵਾਹਿਗੁਰੂ ਭਜੋ ਜਪੋ। ਰਹੇ ਤਿਸ ਧਾਮ ਆਹਾਰ ਖਾਏ। ਹਾਂ, ਇਸ ਤਰ੍ਹਾਂ ਉੱਥੇ ਘਰ ਵਿੱਚ ਹੀ ਰਹੇ, ਖਡੂਰ ਵਿੱਚ ਤੇ ਭੋਜਨ ਛਕਿਆ ਹੈ। ਦਾਸ ਲੱਗੇ ਪਗ ਸੇਵਨ ਕੋ। ਉਸ ਵੇਲੇ ਜਿੰਨੇ ਗੁਰੂ ਘਰ ਦੇ ਦਾਸ ਹੈ ਗੁਰੂ ਅੰਗਦ ਸਾਹਿਬ ਦੇ ਚਰਨਾਂ ਦੀ ਸੇਵਾ ਕਰਨ ਲੱਗ ਪਏ। ਅਹਮ ਮੇਵ ਬਿਨਾ ਗੁਰਦੇਵ ਥੇ। ਇਧਰ ਗੁਰੂ ਅੰਗਦ ਸਾਹਿਬ ਜੀ ਕਹਿੰਦੇ ਹੰਕਾਰ ਤੋਂ ਬਿਨਾਂ ਉਹ ਸਾਰਿਆਂ ਦੇ ਦੇਹ ਪ੍ਰਕਾਸ਼ ਰੂਪ ਪੂਜਨੀਕ ਹੋ ਰਹੇ। ਜੋ ਸਿੱਖ ਸੇਵਕ ਸ੍ਰੀ ਗੁਰੂ ਨਾਨਕ, ਜੋ ਵੀ ਗੁਰੂ ਨਾਨਕ ਸਾਹਿਬ ਦੇ ਸਿੱਖ ਸੇਵਕ ਸਨ, ਸੋ ਸੁਣ ਕੇ ਸਭ ਆਵਤ ਹੈ। ਸਾਰੇ ਸੁਣ ਕੇ ਕਹਿੰਦੇ ਚਲੇ ਆਉਂਦੇ ਖਡੂਰ ਸਾਹਿਬ ਵੱਲ ਨੂੰ। ਗਾਦੀ ਲਈ ਗੁਰਤਾ ਗੁਰ ਅੰਗਦ। ਦੂਸਰੇ ਨੂੰ ਦੱਸਦੇ ਹੈ ਵੀ ਗੁਰੂ ਨਾਨਕ ਸਾਹਿਬ ਜੀ ਤੋਂ ਗੁਰਤਾ ਗੱਦੀ ਜਿਹੜੀ ਗੁਰੂ ਅੰਗਦ ਸਾਹਿਬ ਜੀ ਨੇ ਪ੍ਰਾਪਤ ਕਰ ਲਈ। ਸੋ ਬਿਜਤੇ ਸੁਨ ਪਾਵਤ ਹੈ। ਸੁਣਨਾ ਪਾਉਂਦੇ ਹੈ ਵੀ ਹੁਣ 6 ਮਹੀਨਿਆਂ ਤੋਂ ਬਾਅਦ ਉਹ ਗੁਰੂ ਅੰਗਦ ਸਾਹਿਬ ਜੀ ਖਡੂਰ ਸਾਹਿਬ ਵਿੱਚ ਪ੍ਰਗਟ ਹੋ ਗਏ। ਦੇਖਤ ਜੋਤ ਮਹਾਮੁਖ ਜਾਗਤ। ਕੇ ਦੇਖਦੇ ਮਹਾਰਾਜ ਦੀ ਮੁਖ ਦੇ ਉੱਪਰ ਬੜੀ ਜੋਤ ਪ੍ਰਕਾਸ਼ ਰਹੀ ਹੈ। ਜਿਉ ਨਟ ਸਾਂਗ ਬਨਾਵਤ ਹੈ। ਆਪੋ ਵਿੱਚ ਹੀ ਕਹਿੰਦੇ ਵੀ ਜਿਵੇਂ ਜਿਹੜਾ ਨਟ ਹੈ ਤਮਾਸ਼ਗੀਰ ਉਹ ਸਾਂਗ ਜਾ ਬਣਾ ਲੈਂਦਾ ਹੈ। ਏਕ ਹੀ ਵੇਖ ਅਨੇਕ ਧਰੇ। ਜਿਹੜਾ ਨਟ ਜਾ ਹੁੰਦਾ ਤਮਾਸ਼ਗੀਰ ਜਾ ਹੁੰਦਾ ਅਨੇਕਾਂ ਤਰ੍ਹਾਂ ਦੇ ਵੇਖ ਜੇ ਭੇਖ ਧਾਰ ਲੈਂਦਾ। ਕਿਤੇ ਫਕੀਰਾ ਫਕੀਰ ਬਣ ਜਾਂਦਾ, ਕਿਤੇ ਫਕੀਰ ਦਾ ਸੇਵਕ ਬਣ ਜਾਂਦਾ। ਸਭ ਲੋਕਨ ਕੋ ਬਿਰਮਾਵਤ ਹੈ। ਸਾਰੇ ਜਿਹੜੇ ਤਮਾਸ਼ਾ ਦੇਖਣ ਵਾਲੇ ਲੋਕ ਉਹਨਾਂ ਨੂੰ ਪਰਚਾ ਲੈਂਦਾ, ਪ੍ਰਭਾ ਲੈਂਦਾ, ਬੋਹ ਲੈਂਦਾ ਹੈ। ਇਸ ਤਰ੍ਹਾਂ ਹੀ ਇਹ ਗੁਰੂ ਨਾਨਕ ਸਾਹਿਬ ਜੀ ਨੇ ਉਹ ਨਟ ਵਾਂਗ ਜਿਵੇਂ ਉਹਨੇ ਉਹ ਕਈ ਰੂਪ ਭੇਖ ਧਾਰ ਲੈਂਦਾ। ਹੁਣ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਇਹ ਦੂਸਰਾ ਸਰੂਪ ਧਾਰਨ ਕਰ ਲਿਆ, ਜਾਮਾ ਬਦਲ ਲਿਆ ਹੈ।